ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆਵਾਜ਼ ਆਉਂਦੀ ਮੇਰੀ ਤੇ ਮੈਨੂੰ ਥੋੜਾ ਜਿਹਾ ਦੱਸ ਦਿਓ ਲਿਖ ਕੇ ਵਿੱਚ। ਪਿਆਰਿਓ ਕਮੈਂਟ ਕਰਕੇ ਦੱਸਿਓ ਵੀ ਆਵਾਜ਼ ਆ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਝ ਵਿਚਾਰਾਂ ਕਰਨੀਆਂ ਸੀ। ਜਿਹੜੀ ਕੱਲ ਦੀ ਖਬਰ ਤੁਸੀਂ ਸਾਰਿਆਂ ਸੁਣੀ ਹੈ ਤੇ ਉਹਦੇ ਸਿਲਸਿਲੇ ਦੇ ਵਿੱਚ ਹੀ ਆਪਾਂ ਗੱਲਬਾਤ ਕਰਨੀ ਹੈ ਵੀ ਜਿਹੜੀ ਪੰਥ ਨੇ ਤੇ ਜਥੇਬੰਦੀ ਨੇ ਇੱਕ ਸੇਵਾ ਸੌਂਪੀ ਹੈ। ਵੈਸੇ ਤੇ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਦੇ ਹਾਂ ਵੀ ਬਾਈ ਦੀਪ ਦਾ ਜਿਹੜਾ ਵਿਛੋੜਾ ਹੈ ਉਹਦੀ ਘਾਟ ਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਜੇ ਕੋਈ ਬੰਦਾ ਇਹ ਕਵੇ ਵੀ ਬਾਈ ਦੀਪ ਨੂੰ ਰਿਪਲੇਸ ਕੀਤਾ ਜਾ ਸਕਦਾ ਤੇ ਉਹ ਗੱਲ ਝੂਠ ਹੈ। ਤੇ ਉਹ ਇਹ ਸਾਰੀ ਗੱਲਬਾਤ ਜਿਹੜੀ ਹੈ ਇਹਦੇ ਚੋਂ ਪੰਥ ਨੇ ਜਿਹੜਾ ਫੈਸਲਾ ਕੀਤਾ, ਜਥੇਬੰਦੀ ਨੇ ਇੱਕ ਫੈਸਲਾ ਕੀਤਾ ਤੇ ਪੰਥ ਨੇ ਉਸ ਫੈਸਲੇ ਨੂੰ ਜਿਹੜਾ ਵਾ ਚੜ੍ਹਦੀ ਕਲਾ 'ਚ ਲਿਆ ਤੇ ਉਹਨਾਂ ਨੇ ਮੇਰਾ ਨਾਂ ਸੁਜੈਸਟ ਕੀਤਾ ਵੀ ਮੈਂ ਇਸ ਜਥੇਬੰਦੀ ਦੀ ਅਗਵਾਈ ਕਰਾਂ ਤੇ ਉਹਦੇ ਸਿਲਸਿਲੇ 'ਚ ਕੁਝ ਗੱਲਾਂ ਕਰਨੀਆਂ ਨੇ। ਕੁਝ ਗੱਲਾਂ ਇਸ ਸਿਲਸਿਲੇ 'ਚ ਨੇ ਵੀ ਆਪਾਂ ਅੱਗੇ ਕਰਨਾ ਕੀ ਹੈ, ਕਿਵੇਂ ਚੱਲਣਾ ਹੈ, ਜਥੇਬੰਦੀ ਦੀ ਰਣਨੀਤੀ ਕੀ ਹੋਵੇ ਤੇ ਕਿਹੜੀਆਂ ਗੱਲਾਂ ਆਪਾਂ ਨੇ ਧਿਆਨ 'ਚ ਰੱਖਣੀਆਂ ਨੇ। ਜਿਹੜਾ ਤੇ ਕੱਲ੍ਹ ਐਲਾਨ ਹੋਇਆ, ਪਹਿਲਾਂ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵੀ ਜਿੰਨਾ ਤੁਸੀਂ ਐਪਰੀਸ਼ੀਏਟ ਕੀਤਾ, ਜਿੰਨਾ ਪ੍ਰੇਮ ਵਿਖਾਇਆ ਇਸ ਗੱਲ ਨੂੰ। ਮੇਰੇ ਕੋਲ ਬਹੁਤੇ ਬੰਦਿਆਂ ਦੇ ਰਿਪਲਾਈ ਹੋ ਨਹੀਂ ਸਕੇ, ਸੋ ਉਹਨਾਂ ਲਈ ਵੀ ਮਾਫੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਵੀ ਸਾਰੇ ਬੰਦਿਆਂ ਨਾਲ ਗੱਲਬਾਤ ਜਿਹੜੀ ਹੈ ਕਰਾਂ ਪਰਸਨਲੀ ਤੌਰ 'ਤੇ। ਸੋ ਦੂਜੀ ਇਹ ਗੱਲ ਹੈ ਵੀ ਜਿਹੜੀ ਜਥੇਬੰਦੀ ਬਾਈ ਦੀਪ ਦੇ ਜਾਣ ਤੋਂ ਬਾਅਦ 'ਚ ਇੱਕ ਇਹ ਉਲਝਣ ਸੀ ਵੀ ਹੁਣ ਜਥੇਬੰਦੀ ਦਾ ਹੋਣਾ ਕੀ ਹੈ, ਕਰਨਾ ਕੀ ਹੈ। ਸੋ ਜਥੇਬੰਦੀ 'ਚ ਮੇਰੇ ਨਾਲੋਂ ਵੱਧ ਕਾਬਲ ਬੰਦੇ ਹੋਰ ਵੀ ਹੈਗੇ। ਇਹ ਗੱਲ ਕਿਸੇ ਦੇ ਮਨ 'ਚ ਨਾ ਹੋਵੇ ਵੀ ਉਹ ਸ਼ਾਇਦ ਕੋਈ ਹੋਰ ਬੰਦਾ ਕਾਬਲ ਨਹੀਂ ਸੀ ਹੈਗਾ। ਕੁਛ ਉਹਨਾਂ ਦੀਆਂ ਨਿੱਜੀ ਮਜਬੂਰੀਆਂ ਸੀ, ਕੁਛ ਉਹ ਬੰਦੇ ਜਿਹੜੇ ਆ ਉਹ ਗੁਪਤ ਰਹਿ ਕੇ ਕੰਮ ਕਰਨ 'ਚ ਜ਼ਿਆਦਾ ਮੇਰੇ ਖਿਆਲ ਨਾਲ ਭਰੋਸਾ ਰੱਖਦੇ ਆ। ਸੋ ਉਹਨਾਂ ਦਾ ਵੱਡਪਣ ਹੈ ਇਹ ਗੱਲ ਦਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੰਮ ਕਰੋ ਤੇ ਉਸ ਕਰਕੇ ਉਹ ਵੀਰ ਆਪਣੇ ਨਾਲ ਹੀ ਨੇ, ਸਦਾ ਨਾਲ ਹੀ ਕੰਮ ਕਰਨਗੇ। ਤੇ ਪਰ ਉਹਨਾਂ ਨੇ ਕਿਹਾ ਵੀ ਜਿਹੜੀ ਅਗਵਾਈ ਵਾਲਾ ਕੰਮ ਹੈ ਉਹ ਤੁਸੀਂ ਕਰ ਲਓ। ਫਿਲਹਾਲ ਮੈਂ ਪੰਜਾਬ 'ਚ ਨਹੀਂ, ਬਾਹਰ ਬੈਠਾ ਹਾਂ। ਇਸ ਗੱਲ 'ਤੇ ਵੀ ਸਵਾਲ ਉੱਠੇ ਨੇ ਵੀ ਬਾਹਰ ਬੈਠ ਕੇ ਕਿੱਦਾਂ ਕੰਮ ਹੋਏਗਾ ਜਾਂ ਕੀ ਕੀਤਾ ਜਾਊਗਾ। ਉਹਦੇ ਸਿਲਸਿਲੇ 'ਚ ਮੈਂ ਇਹ ਗੱਲ ਜਿਹੜੀ ਕਰਨੀ ਚਾਹੁੰਦਾ ਵੀ ਦੇਖੋ, ਕੰਮ ਤੇ ਬਾਈ ਦੀਪ ਦੇ ਨਾਲ ਵੀ ਅਸੀਂ ਕਰਦੇ ਸੀ ਤੇ ਮਤਲਬ ਹਰ ਰੋਜ਼ ਹੀ ਜਿਹੜੀ ਰੋਜ਼ਾਨਾ ਦੀ ਗਤੀਵਿਧੀ ਹੈ ਉਹਦੇ 'ਚ ਵੀ ਸਾਡਾ ਜਿਹੜੀ ਹਿੱਸੇਦਾਰੀ ਹੁੰਦੀ ਸੀ ਉਹ ਆਪਾਂ, ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਤੇ ਬਹੁਤ ਕੁਝ ਜਿਹੜਾ ਵਾ ਉਹ ਆਪਾਂ ਕਿਤੇ ਵੀ ਬੈਠ ਕੇ ਕਰ ਸਕਦੇ ਹਾਂ। ਪਰ ਫਿਰ ਵੀ ਜਿਹੜਾ ਪੰਜਾਬ ਆਉਣ ਦੀ ਗੱਲਬਾਤ ਹੈ ਉਹਦੇ ਵਿੱਚ ਵੀ ਆਪਾਂ ਜਥੇਬੰਦੀ ਇੱਕ ਇੰਟਰਨਲ ਫੈਸਲਾ ਕਰੂਗੀ ਕਿ ਕਦੋਂ ਪੰਜਾਬ ਆਉਣਾ ਹੈ ਤੇ ਉਦੋਂ ਆਪਾਂ ਹਾਜ਼ਰ ਹੋਵਾਂਗੇ ਸੇਵਾ ਦੇ ਵਿੱਚ। ਤੇ ਜਿਹੜੇ ਲੋਕਾਂ ਦਾ ਇਹ ਇਤਰਾਜ਼ ਹੈ ਇਹ ਦੂਰ ਹੋ ਜਾਊਗਾ ਵੀ ਕੋਈ ਇਹ ਸਿਰਫ ਵਰਚੁਅਲ ਕੰਮਕਾਰ ਨਹੀਂ ਹੈਗਾ। ਬਾਕੀ ਕੁਛ ਗੱਲਾਂ ਮੈਂ ਬਾਈ ਦੀਪ ਬਾਰੇ ਕਰਨੀਆਂ ਨੇ ਤੇ ਕੁਛ ਜਥੇਬੰਦੀ ਬਾਰੇ ਕਰਨੀਆਂ ਨੇ। ਬਾਈ ਦੀਪ ਬਾਰੇ ਜਿਹੜੀ ਗੱਲਬਾਤ ਹੈ ਉਹ ਤੇ ਪਹਿਲਾਂ ਇਹ ਹੈ ਵੀ ਉਹ ਇੱਕ ਬੜੀ ਮਹਾਨ ਰੂਹ ਸੀ ਤੇ ਉਹਦੀ ਜਿੰਨੀ ਪਵਿੱਤਰਤਾ ਸੀ ਤੇ ਜਿੰਨਾ ਉਹਦਾ ਪਾਕ ਸੁਭਾਅ ਸੀ, ਮੈਨੂੰ ਲੱਗਦਾ ਵੀ ਅਸੀਂ ਬਹੁਤ ਚੜ੍ਹਦੀ ਕਲਾ ਵਾਲੇ ਹਾਂ ਤੇ ਬਹੁਤ ਸਾਡੇ ਲਈ ਜਿਹੜੀ ਆ ਵਡੱਪਣ ਵਾਲੀ ਗੱਲ ਹੈ ਵੀ ਸਾਨੂੰ ਉਸ ਸ਼ਖਸ ਦੀ ਸੇਵਾ ਦਾ ਵੀ ਮੌਕਾ ਮਿਲਿਆ ਤੇ ਉਹਦੀ ਸੰਗਤ ਮਾਣਨ ਦਾ ਵੀ ਮੌਕਾ ਮਿਲਿਆ। ਬਹੁਤ ਕੁਝ ਅਸੀਂ ਸਿੱਖਿਆ ਤੇ ਮੇਰੇ 'ਚ ਨਿੱਜੀ ਤੌਰ 'ਤੇ ਬੜੇ ਬਦਲਾਅ ਜਿਹੜੇ ਮੇਰੇ ਜੀਵਨ 'ਚ ਹੋਏ ਆ। ਬਹੁਤ ਚੀਜ਼ਾਂ, ਬਹੁਤ ਵਕਾਰ ਐਸੇ ਸਨ ਜਿਹੜੇ ਮੇਰੇ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਮੈਂ ਉਹਦੇ ਤੋਂ ਇਹ ਵੇਖ ਕੇ ਆਪਣੇ ਆਪ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹਦੇ ਜਾਣ ਨਾਲ ਇੱਕ ਬਹੁਤ ਵੱਡਾ ਬਦਲਾਅ ਇਸ ਗੱਲ ਦਾ ਆਇਆ ਵੀ ਮੈਨੂੰ ਇਹ ਲੱਗਾ ਵੀ ਹੁਣ ਸਿਰਫ ਆਪਾਂ ਵਿਖਾਵਾ ਨਹੀਂ ਕਰ ਸਕਦੇ ਚੀਜ਼ਾਂ ਦਾ। ਹੁਣ ਆਪਾਂ ਇਹ ਨਹੀਂ, ਅੰਦਰੋਂ ਬਾਹਰੋਂ ਸਾਨੂੰ ਇੱਕ ਹੋਣਾ ਪੈਣਾ ਹੈ। ਸੋ ਇਹ ਇੱਕ ਮੈਂ ਸੰਗਤ ਨੂੰ ਵੀ, ਇਹ ਭੈਣਾਂ ਨੂੰ, ਬੀਬੀਆਂ ਨੂੰ ਵੀ ਇਹ ਸਵਾਲ ਕਰਨਾ ਚਾਹੁੰਦਾ ਹਾਂ ਵੀ ਦੇਖੋ, ਬਾਈ ਦੇ ਜਾਣ ਤੋਂ ਬਾਅਦ 'ਚ ਪੰਥ ਨੇ ਇੱਕ ਬਹੁਤ ਵੱਡਾ ਜਿਹੜਾ ਵਿਰਾਗਮਈ ਜਿਹੜਾ ਮਾਹੌਲ ਸੀ ਪੰਥ 'ਚ ਉਹ ਪੈਦਾ ਹੋਇਆ। ਪਰ ਸਵਾਲ ਇਹ ਆ ਵੀ ਉਸ ਮਾਹੌਲ ਨੇ ਸਾਡੇ ਜੀਵਨ 'ਚ ਬਦਲਾਅ ਕੀ ਲਿਆਂਦੇ ਆ। ਜੇ ਅੱਜ ਆਪਾਂ ਉਸ ਵਿਰਾਗ ਨੂੰ ਆਪਣੇ ਜੀਵਨ 'ਚ ਕੋਈ ਬਹੁਤ ਜਿਹੜੇ ਸੰਖੇਪ ਬਦਲਾਵਾਂ ਦੇ ਰੂਪ 'ਚ ਨਾ ਬਦਲਿਆ ਤੇ ਕੱਲ੍ਹ ਨੂੰ ਹੋਣਾ ਕੀ ਆ ਵੀ ਉਹ ਮਾਹੌਲ ਲੰਘ ਜਾਣਾ। ਤੇ ਜੇ ਅਸੀਂ ਫਿਰ ਉਹ ਗੁਲਾਮੀ ਨੂੰ ਨਾ ਪਛਾਣਿਆ, ਅਸੀਂ ਆਪਣੇ ਦੁਸ਼ਮਣਾਂ ਦੀ ਪਛਾਣ ਨਾ ਕੀਤੀ, ਅਸੀਂ ਉਹਨਾਂ ਲੋਕਾਂ ਦੀ ਪਛਾਣ ਨਾ ਕੀਤੀ ਜਿਹੜੇ ਸਾਡੀ ਕੌਮ ਦੀਆਂ ਜੜ੍ਹਾਂ ਵੱਢਦੇ ਨੇ, ਤੇ ਆਪਾਂ ਫਿਰ ਮੇਰੇ ਖਿਆਲ ਦੇ ਨਾਲ ਬਾਈ ਦੀ ਕੁਰਬਾਨੀ ਜਿਹੜੀ ਆ ਉਹ ਵਿਅਰਥ ਜਾਊਗੀ। ਸੋ ਸਾਨੂੰ ਇੱਕ ਤਾਂ ਇਹ ਵੀ ਨਿਸ਼ਚਾ ਕਰਨਾ ਚਾਹੀਦਾ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਵੀ ਸਾਡੀ ਆਪਣਾ ਕੀ ਨਾਂ ਲਈਦਾ ਬਾਈ ਦੀ ਜਿਹੜੀ ਇੱਕ ਸੋਚ ਸੀ ਭਾਈ ਦੀਪ ਸਿੰਘ ਸਿੱਧੂ ਦੀ,
ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹਦੇ ਮਾਇਨੇ ਤਾਂ ਹੀ ਜਿਹੜੇ ਪੂਰੇ ਹੋ ਸਕਦੇ ਆ ਵੀ ਜੇ ਆਪਾਂ ਉਹਨਾਂ ਦੀ ਵਿਚਾਰਧਾਰਾ 'ਤੇ ਚੱਲੀਏ। ਹੁਣ ਇੱਕ ਸਵਾਲ ਤੇ ਇਹ ਉੱਠਦਾ ਵੀ ਬਾਈ ਦੀਪ ਸਿੱਧੂ ਦੀ ਵਿਚਾਰਧਾਰਾ ਕੀ ਹੈ, ਕਿਉਂਕਿ ਹਰ ਬੰਦਾ ਆਪਣੇ ਤਰੀਕੇ ਨਾਲ ਡਿਫਾਈਨ ਕਰ ਰਿਹਾ। ਕੋਈ ਬੰਦਾ ਕਹਿ ਰਿਹਾ ਵੀ ਮੇਰੇ ਨਾਲ ਬੜੀ ਸਾਂਝ ਸੀ, ਕੋਈ ਕਹਿ ਰਿਹਾ ਕਿ ਮੈਂ ਕਿਸੇ ਦਾ ਕੋਈ ਇਹ ਨਹੀਂ ਕਹਿ ਰਿਹਾ ਵੀ ਕਿਸੇ ਨਾਲ ਨਹੀਂ ਸੀ ਹੈਗੀ, ਪਰ ਮੇਰੇ ਨਾਲ ਸਾਂਝ ਪੰਥਕ ਸੀ ਤੇ ਮੈਂ ਉਹ ਪੰਥਕ ਸਾਂਝ ਨੂੰ ਅੱਗੇ ਲੈ ਕੇ ਆਊਂਗਾ। ਨਿੱਜੀ ਸਾਂਝ ਜਿਹੜੀ ਉਹ ਸੈਕੰਡਰੀ ਹੁੰਦੀ ਹੈ, ਕਿਉਂਕਿ ਸਾਡੀ ਪੰਥ ਦੀ ਸਾਂਝ ਸੀ, ਉਹਦੇ 'ਚੋਂ ਨਿੱਜੀ ਸਾਂਝ ਪੈਦਾ ਹੋਈ ਸੀ। ਪੰਥਕ ਸਾਂਝ ਜਿਹੜੀ ਆ ਉਹ ਇਦਾਂ ਦੀ ਸੀ ਵੀ ਜੋ ਬਾਈ ਦੀਪ ਸਿੱਧੂ ਦੇ ਸੁਪਨੇ ਸੀ ਪੰਜਾਬ ਨੂੰ ਲੈ ਕੇ, ਪੰਥ ਨੂੰ ਲੈ ਕੇ, ਉਹ ਬੜੇ ਉੱਚੇ ਸੀ ਤੇ ਉਹਦੇ ਲਈ ਉਹਨੇ ਤਿਆਰੀ ਵੀ ਕੀਤੀ ਸੀ। ਉਹਨੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਬਦਲਿਆ ਵੀ ਸੀ। ਅਸੀਂ ਬਦਲਾਵ ਉਹਦੇ ਲਈ ਵਿੱਚ ਪ੍ਰਤੱਖ ਦੇਖਿਆ ਹੈ ਆਪਣੀ ਅੱਖਾਂ ਦੇ ਨਾਲ। ਸੋ ਇੱਕ ਤੇ ਉਹਦਾ ਸੁਪਨਾ ਸੀ ਵੀ ਪੰਜਾਬ ਖੁਦ ਮੁਖਤਿਆਰ ਹੋਵੇ, ਪੰਜਾਬ ਆਜ਼ਾਦ ਹੋਵੇ, ਮਤਲਬ ਸਿੱਧੇ ਸ਼ਬਦਾਂ 'ਚ, ਸੌਖੇ ਸ਼ਬਦਾਂ 'ਚ ਖਾਲਿਸਤਾਨ ਦੀ ਪ੍ਰਾਪਤੀ ਦਾ ਸੁਪਨਾ ਦੀਪ ਬਾਈ ਦਾ ਸਭ ਤੋਂ ਉੱਚਾ ਇੱਕ ਸੁਪਨਾ ਸੀ ਤੇ ਬੜਾ ਪਵਿੱਤਰ ਸੁਪਨਾ ਉਸ ਨੂੰ ਉਹ ਵੇਖਦਾ ਸੀ। ਕਿਉਂਕਿ ਇਹ ਸੱਚਾਈ ਹੈ ਵੀ ਕੌਮਾਂ ਜਿਹੜੀਆਂ ਨੇ ਉਹ ਆਜ਼ਾਦੀ ਤੋਂ ਬਿਨਾਂ ਰੁਲ ਜਾਂਦੀਆਂ ਨੇ ਤੇ ਆਜ਼ਾਦੀ ਤੋਂ ਬਿਨਾਂ ਕਿਸੇ ਵੀ ਕੌਮ ਦਾ ਸਰਵਾਈਵ ਕਰਨਾ ਪੋਸੀਬਲ ਨਹੀਂ। ਸਾਡੀ ਅੱਜ ਸਾਰੀ ਊਰਜਾ ਕੌਮ ਦੀ ਉਹਨਾਂ ਮਸਲਿਆਂ 'ਚ ਲੱਗ ਰਹੀ ਹੈ ਜਿਹੜੇ ਪੈਦਾ ਨਹੀਂ ਹੋਣੇ ਚਾਹੀਦੇ, ਜਿਹੜੇ ਆਜ਼ਾਦ ਕੌਮਾਂ ਨੂੰ ਕਦੇ ਫੇਸ ਨਹੀਂ ਕਰਨੇ ਪੈਂਦੇ, ਚਾਹੇ ਬੋਲੀ ਦੇ ਮਸਲੇ ਹੋਣ, ਚਾਹੇ ਪਾਣੀਆਂ ਦੇ ਮਸਲੇ ਹੋਣ, ਚਾਹੇ ਜੈਨੋਸਾਈਡ ਹੋਣ, ਚਾਹੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ। ਇਹ ਗੁਲਾਮ ਕੌਮਾਂ ਨਾਲ ਸਭ ਕੁਝ ਵਾਪਰਦਾ ਹੈ ਤੇ ਉਹਨਾਂ ਦੀ ਸਾਰੀ ਊਰਜਾ ਇਸੇ ਦੇ ਖਿਲਾਫ ਲੱਗ ਜਾਂਦੀ ਹੈ। ਸੋ ਇੱਕ ਤੇ ਸਾਡੀ ਜਥੇਬੰਦੀ ਜਿਹੜੀ ਆ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਹਰ ਸਿਧਾਂਤ 'ਤੇ ਖੜੀ ਹੈ। ਜੇ ਕੋਈ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਹਦੇ ਵੀ ਨਾਲ ਆ, ਪਰ ਅਸੀਂ ਇਹ ਗੱਲ ਬੜੀ ਸਾਫ਼ ਕੀਤੀ ਹੈ, ਬਹੁਤ ਥਾਵਾਂ ਦੇ ਉੱਤੇ ਬਾਈ ਦੀਪ ਨੇ ਵੀ ਕੀਤੀ ਹੈ ਵੀ ਜਿਹੜਾ ਅਖੀਰੀ ਸਾਡਾ ਸੁਪਨਾ ਹੈ ਉਹ ਖਾਲਿਸਤਾਨ ਦਾ ਹੀ ਸੁਪਨਾ ਹੈ ਤੇ ਉਹਦੇ 'ਚ ਇਹ ਸਾਨੂੰ ਸਮਝ ਲੈਣਾ ਚਾਹੀਦਾ ਵੀ ਉਹਦੇ ਤੋਂ ਬਿਨਾਂ ਜਿਹੜਾ ਵਾ ਕੌਮ ਦਾ ਸਰਵਾਈਵਲ ਪੋਸੀਬਲ ਨਹੀਂ ਹੈਗਾ। ਜਦੋਂ ਜਥੇਬੰਦੀ ਅਨਾਉਂਸ ਕੀਤੀ ਸੀ ਆਪਾਂ, ਉਦੋਂ ਜਥੇਬੰਦੀ ਜਿਹੜੀ ਹੈ ਇਹ ਇੱਕ ਸੋਸ਼ਲ ਸਟਰਕਚਰ 'ਤੇ ਕੰਮ ਕਰਨ ਲਈ, ਭਾਵ ਸਮਾਜ ਦੇ ਢਾਂਚੇ 'ਤੇ ਕੰਮ ਕਰਨ ਲਈ ਜਥੇਬੰਦੀ ਇਹ ਬਣੀ ਸੀ। ਹੁਣ ਸਮਾਜ ਤੇ ਢਾਂਚੇ 'ਤੇ ਕੰਮ ਕਰਨਾ, ਇਹ ਵੀ ਗੱਲ ਸਮਝਣ ਦੀ ਲੋੜ ਹੈ ਵੀ ਆਪਾਂ ਇਹਨੂੰ ਅੰਡਰਸਟੈਂਡ ਕਰੀਏ ਵੀ ਇਹ ਕੀ ਹੈ, ਸਮਾਜ ਕੀ ਹੈ। ਸਮਾਜ ਸਾਡੇ ਲੋਕਾਂ ਦਾ ਸਮੂਹ ਹੈ, ਇੱਕ ਕੌਮੀਅਤ ਹੈ ਸਾਡੇ ਅੰਦਰ। ਪਰ ਪਿਛਲੇ 150 ਸਾਲ ਦੀ ਗੁਲਾਮੀ ਜਿਹੜੀ ਆ, 1849 ਨੂੰ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਪਹਿਲੇ ਕੰਮ ਇਹ ਕੀਤੇ ਵੀ ਜਿਹੜਾ ਪੰਜਾਬ ਦਾ ਇੱਕ ਕਲਚਰ ਸੀ, ਜਿਹੜੀ ਪੰਜਾਬ 'ਚ ਇੱਕ ਸਿੱਖ ਕਲਚਰ ਸੀ, ਉਹਨੂੰ ਐਲੀਮੀਨੇਟ ਕਰਨ ਲਈ, ਉਹਨੂੰ ਰਿਪਲੇਸ ਕਰਨ ਲਈ ਉਹਨਾਂ ਨੇ ਆਪਣੇ ਐਜੂਕੇਸ਼ਨ ਸਿਸਟਮ ਲੈ ਕੇ ਆਂਦੇ। ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਸੀ, ਸਿੱਖਿਆ ਸਿਸਟਮ ਸੀ, ਉਹਨੂੰ ਐਲੀਮੀਨੇਟ ਕਰ ਦਿੱਤਾ। ਪੰਜਾਬ ਦੇ ਵਿੱਚ ਜਿਹੜੇ ਲਾਅ ਦੇ ਸਿਸਟਮ ਸੀ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ। ਇਹਦੇ ਮੁਤਲਕ ਬਹੁਤ ਜਾਣਕਾਰੀ ਪਈ ਹੈ, JW ਰਾਈਟਨਰ ਦੀਆਂ ਕਿਤਾਬਾਂ ਨੇ, ਐਜੂਕੇਸ਼ਨ ਦੇ ਉੱਪਰ ਵੀ ਸਾਰਾ ਕੁਝ ਲਿਖਿਆ ਉਹਨਾਂ ਨੇ, ਹੈ ਨਾ, ਬਹੁਤ ਉਹਦੇ ਆਪਾਂ ਡਿਸਕਸ ਕਰਨ ਦੀ ਲੋੜ ਨਹੀਂ। ਪਰ ਆਪਾਂ ਉਸ ਢਾਂਚੇ ਨੂੰ ਰਿਵਾਈਵ ਕਿਵੇਂ ਕਰਨਾ ਹੈ? ਰਿਵਾਈਵਲ ਬਹੁਤ ਜ਼ਰੂਰੀ ਹੈ। ਤੁਸੀਂ ਜਿਹੜਾ ਇੱਕ ਤੇ ਪੋਲੀਟੀਕਲ ਸਟਰਕਚਰ ਹੈ ਸਾਡੇ ਕੋਲ, ਉਹ ਵੀ ਇੱਕ ਢਾਂਚਾ ਹੈ ਵੀ ਜਿਹੜੇ ਪੰਜਾਬ 'ਚ ਇੱਕ ਰਾਜਨੀਤੀ ਚੱਲਦੀ ਹੈ, ਇਲੈਕਟੋਰਲ ਪੋਲਿਟਿਕਸ ਦੀ ਰਾਜਨੀਤੀ ਹੈ, ਉਹਨੂੰ ਵੀ ਅਬੈਂਡਨ ਨਹੀਂ ਛੱਡਿਆ ਜਾ ਸਕਦਾ। ਜੇ ਕੋਈ ਬੰਦਾ ਕਹਿੰਦਾ ਵੀ ਨਹੀਂ ਉਹਦੇ 'ਚ ਇਨਵੋਲਵਮੈਂਟ ਨਾ ਲਾਓ, ਸਾਡੀ ਜਥੇਬੰਦੀ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ। ਬੇਸ਼ੱਕ ਅਸੀਂ ਡਾਇਰੈਕਟ ਇਨਵੋਲਵਮੈਂਟ ਤੋਂ ਸਦਾ ਹੀ ਮਨਾ ਕੀਤਾ ਤੇ ਸਦਾ ਕਰਦੇ ਰਵਾਂਗੇ, ਪਰ ਜਿਵੇਂ ਇਸ ਵਾਰ ਜਥੇਬੰਦੀ ਨੇ ਸਰਦਾਰ ਮਾਨ ਦੀ ਸਪੋਰਟ ਕੀਤੀ ਹੈ, ਅਕਾਲੀ ਦਲ ਅੰਮ੍ਰਿਤਸਰ ਦੀ ਸਪੋਰਟ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਉਹ ਇਸ ਬਣਾ 'ਤੇ ਕੀਤੀ ਹੈ ਵੀ ਸਾਡੀ ਕੋਈ ਨਾ ਕੋਈ ਪੰਥਕ ਧਿਰ ਜ਼ਰੂਰ ਹੋਣੀ ਚਾਹੀਦੀ ਹੈ। ਪਾਵਰ ਦਾ ਕੋਈ ਵੀ ਜਿਹੜਾ ਸਟਰਕਚਰ ਹੈ ਉਹਨੂੰ ਤੁਸੀਂ ਅਬੈਂਡਨ ਨਹੀਂ ਛੱਡਣਾ, ਉਹਨੂੰ ਤੁਸੀਂ ਹਮੇਸ਼ਾ ਹੀ ਫਿਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਤੇ ਇਹ ਗੱਲ ਹੈ। ਦੂਜੀ, ਜਿਹੜੇ ਸਮਾਜਿਕ ਢਾਂਚਿਆਂ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਇੱਥੇ ਥੋੜੀ ਡਿਸਕਸ਼ਨ ਹੋ ਜੇ। ਸਮਾਜਿਕ ਢਾਂਚਿਆਂ 'ਚ ਮੇਨਲੀ ਆਪਣੇ ਇੱਕ ਪਿੰਡਾਂ ਦਾ ਸਟਰਕਚਰ ਹੈ, ਸਿੱਖਿਆ ਦਾ ਪ੍ਰਬੰਧ ਹੈ, ਸਿਹਤ ਸਹੂਲਤਾਂ ਦਾ ਪ੍ਰਬੰਧ ਹੈ, ਫਿਰ ਸਾਡੇ 'ਚ ਜਿਹੜੇ ਆਪਣਾ ਲੀਗਲ ਸਿਸਟਮ ਨੇ, ਜਿਹੜੇ ਆਪਣੇ ਲਾਅ ਦੇ ਪ੍ਰਬੰਧ ਨੇ, ਕਾਨੂੰਨੀ ਪ੍ਰਬੰਧ ਨੇ, ਹੈ ਨਾ। ਇੱਕ ਸਾਡਾ ਧਾਰਮਿਕ ਸਟਰਕਚਰ ਹੈ, ਇੱਕ ਸਾਡਾ ਕਲਚਰਲ ਸਟਰਕਚਰ ਹੈ। ਸੋ ਇੱਕ ਤੇ ਉਹਦੀ ਪੋਜੀਸ਼ਨਿੰਗ ਜਿਹੜੀ ਹੈ ਉਹ ਬੜੀ ਇੰਬੈਲੈਂਸ ਹੋ ਚੁੱਕੀ ਹੈ। ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਮਾਰ ਕਿੱਥੇ ਖਾ ਰਹੇ ਹਾਂ। ਜਦੋਂ ਆਪਾਂ ਇਹ ਇਲਜ਼ਾਮ ਲਾਉਂਦੇ ਹਾਂ ਨਾ ਪੂਰੀ ਲਕਾਈ ਦੇ ਉੱਤੇ ਵੀ ਦੇਖੋ ਜੀ ਇਹ ਫਲਾਣੇ ਨੂੰ ਵੋਟਾਂ ਪਾ ਦਿੰਦੇ ਆ, ਇਹ ਸੱਚ ਦੇ ਨਾਲ ਨਹੀਂ ਖੜਦੇ। ਅਸਲ 'ਚ ਰਿਐਲਿਟੀ ਇਹ ਨਹੀਂ ਹੈ। ਤੁਸੀਂ ਅੱਜ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਤੁਸੀਂ ਇਹ ਨਾ ਵੇਖੋ ਵੀ ਇਹ ਸਮਝਣ ਵਾਲੇ ਲੋਕ ਆ, ਉਹਨਾਂ ਨੂੰ ਇਹ ਵੇਖੋ ਵੀ 150 ਸਾਲ ਦੀ ਜਿਹੜੀ ਗੁਲਾਮੀ ਹੈ ਉਹਦਾ ਪ੍ਰੋਡਕਟ ਤਿਆਰ ਹੋਇਆ ਪੰਜਾਬ ਦੇ ਵਿੱਚ। ਅੱਜ ਮੌਜੂਦਾ ਜੋ ਬੰਦਾ ਵਾ ਉਹਦੇ ਤੇ ਕਿਤੇ ਨਾ ਕਿਤੇ 150 ਸਾਲ ਦੀ ਜਿਹੜੀ ਗੁਲਾਮੀ ਹੈ ਉਹਦਾ ਅਸਰ ਹੈ। ਸੋ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਵੀ ਆਪਾਂ ਲੋਕਾਂ ਨੂੰ ਨਾ ਕਿ ਕਲਪਰੇਟ ਦੀ ਤੌਰ ਤੇ, ਭਾਵੇਂ ਉਹ ਕਾਂਗਰਸੀਆਂ ਨਾਲ ਜੁੜੇ ਹੋਣ, ਭਾਵੇਂ ਅਕਾਲੀਆਂ ਨਾਲ ਜੁੜੇ ਹੋਣ, ਭਾਵੇਂ ਉਹ ਕਿਸੇ ਨਾਲ ਵੀ ਜੁੜੇ ਹੋਣ, ਭਾਵੇਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਣ, ਉਹਨਾਂ ਨੂੰ ਆਪਾਂ ਕਲਪਰੇਟ ਤੌਰ ਤੇ ਨਹੀਂ, ਦੋਸ਼ੀ ਦੇ ਤੌਰ ਤੇ ਨਹੀਂ, ਇੱਕ ਵਿਕਟਮ ਦੇ, ਇੱਕ ਮਰੀਜ਼ ਦੇ ਤੌਰ ਤੇ ਦੇਖੀਏ ਵੀ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਫੈਸਲੇ ਆ ਉਹ ਬਹੁਤ ਹੀ ਵਾਰ ਤੇ ਇਨਫਲੂਐਂਸਡ ਹੁੰਦੇ ਆ, ਉਹਨਾਂ ਦੇ ਆਪਣੇ ਫੈਸਲੇ ਨਹੀਂ ਹੁੰਦੇ। ਸੋ ਇੱਕ ਤੇ ਇਹ ਗੱਲ ਹੈ ਵੀ ਜਦੋਂ ਸਮਾਜਿਕ ਸਟਰਕਚਰ ਤੇ ਆਪਾਂ ਕੰਮ ਕਰਨਾ ਸ਼ੁਰੂ ਕਰਨਾ ਹੈ, ਉਹਦੇ 'ਚ ਆਪਾਂ ਪਿੰਡਾਂ ਨੂੰ ਖੁਦ, ਬਾਈ ਦੀਪ ਸਿੱਧੂ ਦਾ ਇੱਕ ਨਾਅਰਾ ਸੀ, ਪਿੰਡ ਪਿੰਡ ਖੁਦ ਮੁਖਤਿਆਰ। ਉਹ ਨਾਅਰੇ ਦਾ ਅਰਥ ਇਹ ਸੀ ਵੀ ਪਿੰਡ ਜਿਹੜੇ ਆ ਸੈਲਫ ਸਸਟੇਨਿੰਗ ਢਾਂਚੇ ਬਣਨ,
ਪਿੰਡ ਕਿਸੇ ਤੇ ਰਿਲਾਏ ਨਾ ਕਰਨ, ਸਟੇਟ ਤੇ ਰਿਲਾਏ ਨਾ ਕਰਨ, ਪਿੰਡ ਫਾਈਨੈਂਸ਼ੀਅਲੀ ਸਟੇਟ ਤੇ ਰਿਲਾਏ ਨਾ ਕਰਨ, ਲਾਅਲੀ ਸਟੇਟ ਤੇ ਰਿਲਾਏ ਨਾ ਕਰਨ। ਸਾਡਾ ਪੰਚਾਇਤੀ ਸਿਸਟਮ ਜਿਹੜਾ ਉਹਨੂੰ ਰਿਵਾਈਵ ਕੀਤਾ ਜਾਵੇ, ਖਾਲਸਾਈ ਪੰਚਾਇਤਾਂ ਐਸਟੈਬਲਿਸ਼ ਕੀਤੀਆਂ ਜਾਣ। ਬਹੁਤ ਜਿਹੜੇ ਅੱਜ ਦੇਖੋ ਅੱਜ ਕੋਈ ਛੋਟਾ ਜਿਹਾ ਮਸਲਾ ਕੋਰਟ 'ਚ ਜਾਂਦਾ ਹੈ ਤੇ ਕੋਰਟ ਦਾ ਜਿਹੜਾ ਸਿਸਟਮ ਹੈ ਉਹ ਬਣਿਆ ਹੀ ਇਸ ਤਰੀਕੇ ਦੇ ਨਾਲ ਹੈ ਵੀ ਉਹ ਘਰ ਤੋੜਨ ਨੂੰ ਬਣਿਆ। ਮਤਲਬ ਜਿਹੜਾ ਮਸਲਾ 4 ਬੰਦੇ ਸਿਆਣੇ ਹੱਲ ਕਰ ਸਕਦੇ ਆ, ਕੋਰਟ ਉਸ ਮਸਲੇ ਨੂੰ ਜਿਹੜਾ ਵਾ ਮਤਲਬ ਉਹ ਖਤਮ ਕਰ ਦਿੰਦਾ ਪਰਿਵਾਰਾਂ ਦੇ ਪਰਿਵਾਰ, ਕਿਉਂਕਿ ਉਹਨਾਂ ਵਾਸਤੇ ਜਿਹੜਾ ਵਾ ਪਾਵਰ ਤੇ ਸਟਰਕਚਰ ਜਿਹੜੇ ਉਹਨਾਂ ਨੂੰ ਤੋੜਨਾ ਪੈਣਾ। ਜਿਹੜੀ ਕੌਮ ਦੇ ਵਿੱਚ ਫੈਮਿਲੀ ਸਟਰਕਚਰ ਤਗੜੇ ਹੋਣਗੇ, ਪਰਿਵਾਰਕ ਸਟਰਕਚਰ ਤਗੜੇ ਹੋਣਗੇ, ਉਹ ਕੌਮਾਂ ਨੂੰ ਗੁਲਾਮ ਕਰਨਾ ਔਖਾ ਹੋ ਜਾਂਦਾ ਹੈ। ਸੋ ਦੂਜਾ ਸਟਰਕਚਰ ਆ ਇੱਕ ਆਪਣਾ ਐਜੂਕੇਸ਼ਨ ਦਾ। ਹੁਣ ਐਜੂਕੇਸ਼ਨ ਬਹੁਤ ਵਧੀਆ ਟੂਲ ਹੈ, ਪਰ ਐਜੂਕੇਸ਼ਨ ਜਿਹੜੀ ਹੈ ਉਹ ਟੂਲ ਜੇ ਤੇ ਤੁਹਾਡੇ ਹੱਥ 'ਚ ਹੈ ਫਿਰ ਤੁਹਾਡੇ ਲਈ ਵਧੀਆ ਹੈ, ਜੇ ਕਿਸੇ ਦੇ ਹੱਥ 'ਚ ਹੈ ਫਿਰ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੈ। ਕਿਉਂਕਿ ਦੇਖੋ ਜਦੋਂ ਅਬਦਾਲੀ ਆਇਆ, ਸਿੱਖਾਂ ਨੂੰ ਪਤਾ ਸੀ, ਸਿੱਖਾਂ ਨੇ ਆਪਣੇ ਬੱਚੇ ਅਬਦਾਲੀ ਦੇ ਸਕੂਲਾਂ 'ਚ ਨਹੀਂ ਪੜ੍ਹਾਏ, ਉਹਨਾਂ ਮਦਰਸਿਆਂ 'ਚ ਆਪਣੇ ਬੱਚੇ ਨਹੀਂ ਭੇਜੇ। ਸੋ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਕੋਈ ਮਤਲਬ ਇਦਾਂ ਦਾ ਕੋਈ ਢਾਂਚਾ ਨਹੀਂ ਹੁੰਦਾ ਵੀ ਜੇ 'ਚ ਤੁਸੀਂ ਆਪਾਂ ਅੱਖਾਂ ਮੀਟ ਕੇ ਬੱਚਿਆਂ ਨੂੰ ਤੋਰ ਦਈਏ ਤੇ ਆਪਾਂ ਨੂੰ ਐ ਲੱਗੂਗਾ ਵੀ ਜੇ ਉਹ 16 ਜਮਾਤਾਂ ਪੜ੍ਹ ਗਏ ਤੇ ਉਹ ਬਹੁਤ ਵਧੀਆ ਬਣ ਗਏ। ਆਪਾਂ ਨੂੰ ਇਹ ਵੇਖਣਾ ਪੈਣਾ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਕੰਟੈਂਟ ਕੀ ਪ੍ਰੋਵਾਈਡ ਕੀਤਾ ਜਾ ਰਿਹਾ। ਜੇ ਆਪਾਂ ਪੈਸਾ ਖਰਚ ਕੇ ਆਪਣੇ ਬੱਚਿਆਂ ਨੂੰ ਆਪ ਸਿੱਖ ਵਿਰੋਧੀ ਬਣਾ ਰਹੇ ਹਾਂ ਸਕੂਲਾਂ 'ਚ ਭੇਜ ਕੇ, ਕਨਵੈਂਟ ਸਕੂਲਾਂ 'ਚ, ਤੇ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਜਿਹੜਾ ਐਜੂਕੇਸ਼ਨ ਸਿਸਟਮ ਉਹ ਸਟਰਕਚਰਲ ਪ੍ਰੋਬਲਮ ਨਹੀਂ ਹੈਗੀ। ਮਤਲਬ ਉਹਦੇ ਸਟਰਕਚਰ ਦਾ ਨਹੀਂ ਵੀ ਸਕੂਲ ਕਿੱਡਾ ਢਾਂਚਾ ਕਿੱਡਾ ਵਧੀਆ ਬਣਿਆ, ਜਿਹੜਾ ਕਈ ਬੰਦੇ ਉੱਠ ਕੇ ਕਹਿਣ ਲੱਗ ਪੈਂਦੇ ਵੀ ਦੇਖੋ ਜੀ ਸਕੂਲ ਬਣਾ ਦਿਆਂਗੇ, ਇਹਦੀ ਬਿਲਡਿੰਗ ਬਣਾ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਹਿਲਾਂ ਤੇ ਸਾਨੂੰ ਅੰਡਰਸਟੈਂਡ ਇਹ ਕਰਨਾ ਚਾਹੀਦਾ ਹੈ ਵੀ ਜਿਹੜੀ ਬਿਲਡਿੰਗ ਬਣਾਉਣੀ ਆ ਨਾ ਉਹ ਇੰਪੋਰਟੈਂਟ ਨਹੀਂ, ਇੰਪੋਰਟੈਂਟ ਹੁੰਦਾ ਕੰਟੈਂਟ ਕੀ ਆ। ਜੇ ਸਕੂਲ ਦੇ ਵਿੱਚ ਪੜ੍ਹਾਉਣ ਵਾਲੀ ਜਿਹੜੀ ਚੀਜ਼ ਹੈ ਉਹ ਤੁਹਾਨੂੰ ਆਪਾ ਵਿਰੋਧੀ ਬਣਾ ਰਹੀ ਹੈ, ਤੁਹਾਡੇ ਪੰਥ ਦੇ ਵਿਰੋਧ 'ਚ ਖੜਾ ਕਰ ਰਹੀ ਹੈ, ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਸਟਰਕਚਰ ਚੇਂਜਸ ਜਿਹੜੇ ਆ ਉਹ ਕੰਟੈਂਟ ਦੇ ਲੈਵਲ ਤੇ ਕਰਨੇ ਚਾਹੀਦੇ ਆ, ਨਾ ਕਿ ਮਤਲਬ ਜਿਹੜਾ ਵਾ ਇਨਫਰਾਸਟ੍ਰਕਚਰ ਦੇ ਲੈਵਲ ਦੇ ਉੱਤੇ। ਸੋ ਇੱਕ ਤੇ ਇਹ ਸਕੂਲ ਬਾਰੇ ਗੱਲਬਾਤ ਹੋਊਗੀ। ਦੂਜਾ ਜਿਹੜਾ ਵਾ ਆਪਾਂ ਜਦੋਂ ਸੈਲਫ ਸਸਟੇਨਿੰਗ ਢਾਂਚੇ ਦੀ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ, ਤੇ ਆਪਾਂ ਉਹਦੇ ਲਈ ਇੱਕ ਅਲਟਰਨੇਟਿਵ ਬੈਂਕਿੰਗ ਸਿਸਟਮ ਦੀ ਵੀ ਅਸੀਂ ਜਿਹੜੀ ਗੱਲ ਕੀਤੀ ਸੀ ਬਾਈ ਦੀਪ ਦੇ ਨਾਲ, ਸਾਰੀ ਉਹ ਸਲਾਹ ਮਸ਼ਵਰੇ ਹੋਏ ਸੀ, ਸਾਡੀ ਉਹਨਾਂ ਦੀ ਇਹ ਸਲਾਹ ਸੀ ਵੀ ਆਪਾਂ ਸਟੇਟ ਤੇ ਆਪਣੀ ਰਿਲਾਇਬਿਲਿਟੀ ਬਿਲਕੁਲ ਖਤਮ ਕਰਨੀ ਹੈ। ਮਤਲਬ ਮਿਨੀਮਮ ਰਿਲਾਇਬਿਲਿਟੀ ਸਾਡੀ ਹੋਵੇ ਵੀ ਸਟੇਟ ਕੀ ਸਾਨੂੰ ਪ੍ਰੋਵਾਈਡ ਕਰਦੀ ਹੈ, ਇਹਦੇ ਨਾਲ ਕੋਈ ਫਰਕ ਨਾ ਪਵੇ। ਪੰਜਾਬ ਨਾਲ ਵੈਸੇ ਵੀ ਸਟੇਟ ਧੱਕਾ ਕਰ ਰਹੀ ਹੈ, ਪਿਛਲੇ 70-80 ਸਾਲਾਂ ਤੋਂ ਪੰਜਾਬ ਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ, ਜਿਹਦੇ ਰਿਸੋਰਸਸ ਲੁੱਟੇ ਜਾਂਦੇ ਆ, ਜਿਹਦੀ ਨੌਜਵਾਨੀ ਦਾ ਕਤਲੇਆਮ ਕੀਤਾ ਜਾਂਦਾ ਤੇ ਬਾਅਦ 'ਚ ਸਾਰਾ ਦੋਸ਼ ਵੀ ਸਿੱਖਾਂ ਤੇ ਮੜ ਦਿੱਤਾ ਜਾਂਦਾ ਵੀ ਇਹ ਤੁਹਾਡਾ ਹੀ ਕਸੂਰ ਹੈ। ਸੋ ਅੱਜ ਵੀ ਭਾਖੜੇ ਡੈਮ ਦਾ ਮਸਲਾ ਭਖਿਆ ਹੋਇਆ। ਮਤਲਬ ਇਹ ਮਸਲੇ ਸਾਰੇ ਗੁਲਾਮੀ ਦੇ ਲੱਛਣ ਆ, ਇਹ ਸਿੰਪਟਮਸ ਆ, ਪਰ ਇਹ ਜੇ ਆਪਾਂ ਇਹਨੂੰ ਇਕੱਲੇ ਨੂੰ ਫੜ ਕੇ ਲੜਾਂਗੇ ਤੇ ਆਪਾਂ ਕਦੇ ਲੜਾਈ ਨਹੀਂ ਜਿੱਤ ਸਕਦੇ। ਫੋਰ ਐਗਜ਼ਾਮਪਲ ਵੀ ਜਦੋਂ ਆਪਾਂ ਗੁਲਾਮੀ ਜਿਹੜੀ ਹੈ ਉਹ ਆਪਣਾ ਰੂਟ ਕਾਜ਼ ਹੈ, ਉਹਦੇ 'ਚੋਂ ਇਹ ਲੱਛਣ ਪੈਦਾ ਹੁੰਦੇ ਤੇ ਆਪਣੇ ਇਕੱਲਿਆਂ ਨਾਲ ਨਹੀਂ ਪੈਦਾ ਹੋਏ। ਦੁਨੀਆ 'ਚ ਜਿੱਥੇ ਵੀ ਕੋਈ ਕੌਮ ਗੁਲਾਮ ਹੋਈ ਹੈ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਬੋਲੀ, ਉਹਨਾਂ ਦਾ ਜਿਹੜਾ ਵਾ ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਉਹਨਾਂ ਦੇ এনवायरमेंट ਜਿਹੜਾ ਵਾ ਵਾਤਾਵਰਨ ਆ, ਉਹਨਾਂ ਦੇ ਨੈਚੁਰਲ ਰਿਸੋਰਸਸ ਜਿਹੜੇ ਕੁਦਰਤੀ ਸੰਸਾਧਨ ਆ, ਉਹ ਸਾਰਾ ਕੁਝ ਤਬਾਹ ਕੀਤਾ ਗਿਆ। ਤੇ ਇਹ ਗੁਲਾਮੀ ਦੀ ਕੌਮ ਨੂੰ ਗੁਲਾਮ ਰੱਖਣ ਲਈ ਜ਼ਰੂਰੀ ਹੁੰਦਾ ਇਹਨਾਂ ਨੂੰ ਤਬਾਹ ਕਰਨਾ। ਪਰ ਕੌਮਾਂ ਕੋਲ ਸੋਲੂਸ਼ਨ ਇੱਕ ਹੁੰਦਾ ਵੀ ਜਾਂ ਤੇ ਉਹ ਇਕੱਲੇ ਮਾਰ ਤੇ ਲੜਦੇ ਰਹਿਣ, ਤੇ ਜਾਂ ਫਿਰ ਉਹ ਇਹ ਸਮਝ ਲੈਣ ਵੀ ਇਹ ਸਾਰਾ ਮਸਲਾ ਗੁਲਾਮੀ 'ਚ ਉਪਜਿਆ ਤੇ ਆਪਾਂ ਗੁਲਾਮੀ ਨੂੰ ਜਿੱਦਣ ਦੂਰ ਕਰ ਲਿਆ ਇਹ ਆਪਣੇ ਆਪ ਖਤਮ ਹੋ ਜਾਣੀਆਂ ਚੀਜ਼ਾਂ। ਮਤਲਬ ਜੇ ਸਿੱਖਾਂ ਦਾ ਰਾਜ ਹੋਵੇ ਤੇ ਇਹ ਚੀਜ਼ਾਂ ਸਰਵਾਈਵ ਨਹੀਂ ਕਰ ਸਕਦੀਆਂ। ਫਿਰ ਪੰਜਾਬੀ ਬੋਲੀ ਆਪਣੇ ਆਪ ਹੀ ਲਾਗੂ ਹੋ ਜਾਣੀ। ਫਿਰ ਤੁਹਾਨੂੰ ਉਹਦੇ ਲਈ ਧਰਨੇ ਮੋਰਚੇ ਨਹੀਂ ਲਾਉਣੇ ਪੈਣੇ, ਤੁਹਾਨੂੰ ਬੈਂਕਾਂ ਵਾਲਿਆਂ ਦੇ ਤਰਲੇ ਨਹੀਂ ਕਰਨੇ ਪੈਣੇ। ਫਿਰ ਤੁਹਾਨੂੰ ਜਿਹੜੀ ਮਾਈਗ੍ਰੇਸ਼ਨ ਆ ਰਹੀ ਹੈ ਪੰਜਾਬ ਦੇ ਵਿੱਚ, ਮਾਈਗ੍ਰੇਟ ਹੋ ਕੇ ਪ੍ਰਵਾਸੀਆਂ ਨੂੰ ਉੱਥੇ ਵਸਾਇਆ ਜਾ ਰਿਹਾ ਤੇ ਇੱਕ ਡੈਮੋਗ੍ਰਾਫੀ ਬਦਲੀ ਜਾ ਰਹੀ ਪੰਜਾਬ ਦੀ, ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ। ਫਿਰ ਤੁਹਾਡੀ ਜਿਹੜੀ ਮਾਈਗ੍ਰੇਸ਼ਨ ਪੰਜਾਬ 'ਚ ਉੱਜਣ ਦੀ ਹੋ ਰਹੀ ਆ, ਪੈਸੇ ਲਾ ਕੇ ਕੋਲੋਂ ਰਿਸੋਰਸਸ ਖਰਚ ਕੇ, ਉਹ ਵੀ ਨਹੀਂ ਹੋਣੀ, ਹੈ ਨਾ। ਜਿਵੇਂ ਅੱਜ ਤੁਸੀਂ ਦੇਖੋ ਵੀ ਇੱਕ ਸਲੋ ਜੈਨੋਸਾਈਡ ਚੱਲ ਰਿਹਾ ਆਪਣਾ, ਇਹਨੂੰ ਆਪਾਂ ਕਈ ਲੋਕ ਕੀ ਸਮਝਦੇ ਆ ਵੀ 84 'ਚ ਜਿਹੜੀ ਵਾਇਲੈਂਸ ਸ਼ੁਰੂ ਹੋਈ ਸਟੇਟ ਦੀ ਤੇ 95 'ਚੋਂ ਖਤਮ ਹੋ ਗਈ, ਪਰ ਇਦਾਂ ਨਹੀਂ ਹੁੰਦਾ। ਸਟੇਟ ਕਦੇ ਵੀ ਗੁਲਾਮ ਕੌਮਾਂ ਨੂੰ ਇਕੱਲਿਆਂ ਨਹੀਂ ਛੱਡਦੀ ਵੀ ਹੁਣ ਇਹਨਾਂ ਤੇ ਜ਼ੁਲਮ ਕਰਤਾ ਤੇ ਹੁਣ ਇਹਨਾਂ ਨੂੰ ਛੱਡ ਦਿਓ। ਸਟੇਟ ਕੀ ਕਰਦੀ ਹੈ ਵੀ ਉਹ ਇੱਕ ਮੌਕੇ ਦੇ ਉੱਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨਾਂ ਨੂੰ ਅਸੀਂ ਵਾਇਲੈਂਸ ਨਾਲ ਬਹੁਤ ਦਬਾ ਲਿਆ, ਫਿਰ ਉਹ ਆਪਣੀ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ। ਉਸ ਪਾਲਿਸੀ 'ਚ ਕਲਚਰਲ ਜੈਨੋਸਾਈਡ ਵੀ ਹੁੰਦਾ, ਇਕਨੋਮਿਕਲ ਜੈਨੋਸਾਈਡ ਵੀ ਹੁੰਦਾ। ਉਸ ਪਾਲਿਸੀ ਦੇ ਵਿੱਚ ਤੁਹਾਡਾ ਮਾਨਸਿਕ ਜੈਨੋਸਾਈਡ ਕਰਦੇ ਹੋ। ਹੁਣ 95 ਤੋਂ ਬਾਅਦ ਜਿਹੜੀ ਕਲਚਰਲ ਜੈਨੋਸਾਈਡ ਦੀ ਲਹਿਰ ਚੱਲੀ ਹੈ, ਜਿਵੇਂ ਕਲਾਕਾਰ ਲਿਆਂਦੇ ਗਏ ਆ ਪੰਜਾਬ ਦੇ ਵਿੱਚ, ਜਿਵੇਂ ਜੋ ਕੁਛ ਉਹਨਾਂ ਕੀਤਾ ਸਾਰਾ ਕੁਛ, ਹੈ ਨਾ, ਉਹ ਸਾਰਾ ਕੁਝ ਹੀ ਆਪਾਂ ਨੂੰ ਪਤਾ ਹੈ। ਉਹਦੀ ਡਿਸਕਸ਼ਨ ਆਪਾਂ ਇੱਥੇ ਨਹੀਂ ਕਰਦੇ, ਪਰ ਫਿਰ ਵੀ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਜੈਨੋਸਾਈਡ ਆਪਣਾ ਰੁਕਿਆ ਨਹੀਂ ਕਿਤੇ ਵੀ। ਜੈਨੋਸਾਈਡ ਇਦਾਂ ਦੀ ਚੀਜ਼ ਨਹੀਂ ਹੈਗੀ ਵੀ ਜਿਹੜਾ 84 ਤੋਂ 95 ਤੱਕ ਰੁਕ ਗਿਆ। ਉਸ ਤੋਂ ਬਾਅਦ ਜਿੰਨੇ ਮੁੰਡੇ ਸਾਡੇ ਗੋਲੀ ਨਾਲ ਇਹਨਾਂ ਨੇ ਸ਼ਹੀਦ ਕੀਤੇ ਆ, ਉਸ ਤੋਂ ਵੱਧ ਨੌਜਵਾਨ ਸਾਡੇ ਨਸ਼ੇ 'ਚ ਮਾਰੇ ਗਏ। ਹੁਣ ਨਸ਼ਾ ਕੋਈ ਇਦਾਂ ਦੀ ਗੱਲ ਥੋੜੀ ਵੀ ਨੈਚੁਰਲੀ ਤੁਹਾਡੇ ਨੌਜਵਾਨਾਂ ਦੇ ਮੂੰਹ ਚਾਣ ਕੇ ਪੈ ਜਾਂਦਾ। ਹੁਣ ਕਈ ਵਾਰੇ ਕਹਿੰਦੇ ਵੀ ਤੁਹਾਨੂੰ ਕੌਣ ਦਿੰਦਾ, ਤੁਸੀਂ ਨਾ ਪੀਓ। ਪਰ ਜਦੋਂ ਇੱਕ ਸੁਸਾਇਟੀ ਜਿਹੜੀ ਚੀਜ਼ ਬੰਦ ਹੋਣੀ ਚਾਹੀਦੀ, ਸੁਸਾਇਟੀ 'ਚ ਜਿਹੜੀ ਚੀਜ਼ ਬੈਨ ਹੋਣੀ ਚਾਹੀਦੀ ਹੈ, ਉਹ ਖੁੱਲ੍ਹੇਆਮ ਵਰਤਾਈ ਜਾ ਰਹੀ ਹੈ ਸਰਕਾਰੀ ਸ਼ਹਿ ਦੇ ਉੱਤੇ,
ਉਹਦੇ ਨਾਲ ਹੁੰਦਾ ਕੀ ਹੈ ਵੀ ਜਿਹੜਾ ਨੌਜਵਾਨ ਉਹਦੀ ਇੱਕ ਉਮਰ ਆ 15-16 ਸਾਲ ਦੀ, ਉਹ ਕੋਈ ਡਿਸੀਜਨ ਲੈਣ ਦੀ ਜਿਹੜੀ ਆ ਕੈਪੇਬਿਲਿਟੀ ਉਹਦੇ 'ਚ ਹੁੰਦੀ ਨਹੀਂ। ਹੁਣ ਜਦੋਂ ਉਹਦੇ ਕੋਲ ਡਿਸੀਜਨ ਲੈਣ ਦੀ ਕੈਪੇਬਿਲਿਟੀ ਨਹੀਂ ਹੈਗੀ ਉਸ ਨੌਜਵਾਨ ਦੇ ਵਿੱਚ, ਤੇ ਉਹ ਗਲਤ ਡਿਸੀਜਨ ਲੈਣੇ ਸ਼ੁਰੂ ਕਰ ਦਿੰਦਾ। ਹੁਣ ਕੋਈ ਉਹਨੂੰ ਕਹੇ ਵੀ ਤੇਰਾ ਦੋਸ਼ ਹੈ, ਨਹੀਂ, ਉਹਦਾ ਦੋਸ਼ ਨਹੀਂ ਹੈ। ਇਸੇ ਕਰਕੇ ਕਾਨੂੰਨ ਕਾਇਦੇ ਬਣੇ ਆ ਨਾ। ਜੇ ਤੇ ਮਤਲਬ ਹਰ ਬੰਦਾ ਆਪਣਾ ਡਿਸੀਜਨ ਲੈਣ ਲਈ ਕੈਪੇਬਲ ਹੋਵੇ, ਬੈਨ ਕਰਨ ਦੀ ਕੀ ਲੋੜ ਹੈ? ਫਿਰ ਤੇ ਹੈਰੋਇਨ ਰੱਖ ਲਓ, ਜਿਹੜਾ ਡਿਸੀਜਨ ਲੈ ਕੇ ਵਰਤ ਲੇ ਉਹਨੂੰ ਵਰਤ ਲੇ, ਜਿਹੜਾ ਨਾ ਵਰਤੇ ਉਹ ਠੀਕ ਹੈ। ਸੋ ਕਿਤੇ ਨਾ ਕਿਤੇ ਜਦੋਂ ਸੁਸਾਇਟੀ ਨੇ ਕੁਝ ਚੀਜ਼ਾਂ ਬੈਨ ਕੀਤੀਆਂ, ਆਪਣੇ ਸੁਸਾਇਟੀ ਨੇ ਜਾਂ ਲਾਅ ਨੇ, ਉਹਦਾ ਅਰਥ ਇਹ ਹੀ ਆ ਨਾ ਵੀ ਆਪਾਂ ਲੋਕ ਜਿਹੜੇ ਹੁੰਦੇ ਆ ਉਹ ਹਰ ਵਾਕੇ ਆਪਣੀ ਕੌਨਸ਼ੀਅਸ 'ਚੋਂ ਡਿਸੀਜਨ ਨਹੀਂ ਲੈ ਸਕਦੇ। ਆਪਾਂ ਨੂੰ ਉਹਨਾਂ ਲਈ ਇੱਕ এনवायरमेंट ਤਿਆਰ ਕਰਨਾ ਪੈਂਦਾ ਹੈ ਜਿੱਥੇ ਉਹ এনवायरमेंट ਜਿਹੜਾ ਹੈ ਉਹਦੇ 'ਚ ਉਹ ਸੇਫ ਮਹਿਸੂਸ ਕਰਨ। ਮਤਲਬ ਉਹ ਮਾਂ ਪਿਓ ਨੂੰ ਇਹ ਫਿਕਰ ਨਾ ਹੋਵੇ ਵੀ ਸਾਡਾ ਬੱਚਾ ਜੇ ਘਰੋਂ ਬਾਹਰ ਜਾਊਗਾ ਤੇ ਉਹ ਸਾਡਾ ਬੱਚਾ ਜਿਹੜਾ ਵਿਗੜ ਜਾਊਗਾ, ਕਿਉਂਕਿ ਸੇਫ এনवायरमेंट ਹੋਵੇ ਤੇ ਇਦਾਂ ਨਹੀਂ ਹੁੰਦਾ। ਮਾਂ ਪਿਓ ਨੂੰ ਫਿਕਰ ਨਾ ਹੋਵੇ ਜੇ ਸਕੂਲ 'ਚ ਬੱਚਾ ਜਾਂਦਾ ਤੇ ਉਹ ਸਿੱਖ ਵਿਰੋਧੀ ਬਣ ਕੇ ਆ ਜਾਊਗਾ। ਸੋ ਜਿਹੜੀਆਂ ਚੀਜ਼ਾਂ ਲਈ ਮਾਂ ਪਿਓ ਨੂੰ ਐਫਰਟ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਜੇ ਸਾਡਾ ਆਪਣਾ ਰਾਜ ਹੋਵੇ, ਉਹ ਚੀਜ਼ਾਂ ਜਿਹੜੀਆਂ ਵਾ ਸਾਰੀਆਂ ਮਤਲਬ ਕੀ ਨਾ ਲਈਦੀਆਂ ਵਾ ਜਿਹੜੀਆਂ ਵਾ ਉਹ ਆਪਣੇ ਆਪ ਹੋਣੀਆਂ ਚਾਹੀਦੀਆਂ, ਜਿਹੜੀਆਂ ਸਾਨੂੰ ਐਫਰਟ ਕਰਕੇ ਇੰਪਲਾਈ ਕਰਨੀਆਂ ਪੈ ਰਹੀਆਂ ਤੇ ਉਹਦੇ 'ਚੋਂ ਆਪਾਂ ਨੂੰ ਕੋਈ ਸਕਸੈਸ ਨਹੀਂ ਮਿਲ ਰਹੀ। ਸੋ ਇਹ ਤੇ ਮੋਟੀਆਂ-ਮੋਟੀਆਂ ਗੱਲਾਂ ਸੀ ਵੀ ਜਥੇਬੰਦੀ ਕੰਮ ਕਿੱਦਾਂ ਕਰੂਗੀ। ਜਥੇਬੰਦੀ ਸੋਸ਼ਲ ਸਟਰਕਚਰ, ਪਿੰਡਾਂ ਦੇ ਸਟਰਕਚਰ, ਮੈਡੀਕਲ ਬੋਰਡ ਜਿਹੜੇ ਸਾਡੇ ਪਹਿਲੇ 4 ਨਿਸ਼ਾਨੇ ਉਹ ਆ ਵੀ ਇੱਕ ਤੇ ਅਸੀਂ ਦੇਖੋ ਲੀਗਲ ਵਿੰਗ ਬਣਾ ਰਹੇ ਹਾਂ ਜਥੇਬੰਦੀ ਦਾ, ਇੱਕ ਅਸੀਂ ਮੈਡੀਕਲ ਬੋਰਡ ਸਟੈਬਲਿਸ਼ ਕਰਾਂਗੇ, ਇੱਕ ਅਸੀਂ ਸਿੱਖਿਆ ਬੋਰਡ ਸਟੈਬਲਿਸ਼ ਕਰਾਂਗੇ ਵੀ ਸਾਡੇ ਬੱਚਿਆਂ ਨੇ ਪੜ੍ਹਨਾ ਕੀ ਆ। ਇਹ ਬਹੁਤ ਜ਼ਰੂਰੀ ਹੈ। ਅਸੀਂ ਸਟੇਟ ਕੋਲੋਂ ਇਹ ਮੰਗੀ ਜਾਂਦੇ ਵੀ ਸਾਨੂੰ ਐਜੂਕੇਸ਼ਨ ਦਿਓ। ਕਿਉਂ ਮੰਗਣੀ ਸਟੇਟ ਕੋਲੋਂ ਐਜੂਕੇਸ਼ਨ ਕਿਹੜੀ ਬੱਚਿਆਂ ਨੂੰ ਦੇਣੀ ਉਹ ਅਸੀਂ ਤੈਅ ਕਰਾਂਗੇ ਨਾ। ਜੇ ਸਟੇਟ ਸਾਡੇ ਬੱਚੇ ਨੂੰ ਐਜੂਕੇਸ਼ਨ ਦਊਗੀ ਫਿਰ ਉਹਦੇ 'ਚੋਂ KPS ਗਿੱਲ ਵਰਗੇ ਪੈਦਾ ਹੋਣਗੇ। ਉਹਦੇ 'ਚੋਂ ਤੁਸੀਂ ਸਿੱਖ ਕੌਮ ਦੇ ਜਿਹੜੇ ਸੂਰਮੇ ਨਹੀਂ ਪੈਦਾ ਕਰ ਸਕਦੇ, ਕਿਉਂਕਿ ਸਟੇਟ ਦੀ ਐਜੂਕੇਸ਼ਨ ਜਿਹੜਾ ਟੂਲ ਹੈ ਉਹ ਸਟੇਟ ਨੇ ਤਾਂ ਹੀ ਰੱਖਿਆ ਹੈ ਵੀ ਉਹਦੇ 'ਚ ਉਹ ਸਟੇਟ ਨੂੰ ਫੇਵਰ ਕਰਦਾ ਹੈ। ਉਹਦੇ 'ਚ ਕੋਈ ਵਰਲਾ ਟਾਵਾ ਬੰਦਾ ਹੈ ਜਿਹੜਾ 100 ਚੋਂ 1, ਹਜ਼ਾਰਾਂ ਚੋਂ 1 ਬੰਦਾ ਜਿਹੜਾ ਉਹ ਐਜੂਕੇਸ਼ਨ ਦੇ ਪ੍ਰਭਾਵ 'ਚੋਂ ਮੁਕਤ ਹੋ ਜਾਂਦਾ। ਸੋ ਮੇਰੀਆਂ ਇਹ ਜਿਹੜੀਆਂ ਬੇਨਤੀਆਂ ਮੈਂ ਕੀਤੀਆਂ ਵਾ, ਇਹਦੇ ਤੇ ਆਪਾਂ ਇੱਕ ਸੀ ਆਪਣਾ ਐਜੂਕੇਸ਼ਨ ਬੋਰਡ, ਸਿੱਖਿਆ ਬੋਰਡ, ਦੂਜਾ ਸੀ ਆਪਣਾ ਮੈਡੀਕਲ ਬੋਰਡ, ਤੀਜਾ ਲੀਗਲ ਵਿੰਗ ਜਿਹੜਾ ਹੈ ਨਾ, ਇਹ ਚੀਜ਼ਾਂ ਸਥਾਪਿਤ ਕਰਨੀਆਂ ਆਪਾਂ ਸਾਰੀਆਂ। ਉਹਦੀ ਸਥਾਪਤੀ ਤੋਂ ਬਾਅਦ 'ਚ ਆਪਾਂ ਮਤਲਬ ਸੁਸਾਇਟੀ ਦਾ ਜਿਹੜਾ ਹਰ ਐਸਪੈਕਟ ਆ ਵੀ ਸਾਡੇ ਟੀਵੀਆਂ 'ਚ ਕੀ ਚੱਲਦਾ ਹੈ ਉਹਦੇ 'ਚ ਉਹਨੂੰ ਅਸੀਂ ਕਿੱਦਾਂ ਕੰਸੀਡਰ ਕਰਨਾ। ਵੀ ਦੇਖੋ ਹੁਣ ਆਪਾਂ ਇਹ ਤੇ ਕਹਿ ਨਹੀਂ ਸਕਦੇ ਬੱਚਿਆਂ ਨੂੰ ਵੀ ਤੁਸੀਂ ਟੀਵੀ ਨਾ ਵੇਖੋ। ਕਈ ਬੰਦੇ ਕਹਿੰਦੇ ਵੀ ਟੀਵੀ ਚੱਕ ਲਓ ਘਰਾਂ ਦੇ ਵਿੱਚੋਂ। ਇਹ ਸੋਲਿਊਸ਼ਨ ਨਹੀਂ ਹੁੰਦਾ। ਸੋਲਿਊਸ਼ਨ ਇਹ ਆ ਵੀ ਜਿਹੜਾ ਸਟੇਟ ਜਿਹੜੀ ਚੀਜ਼ ਨੂੰ ਵਰਤ ਰਹੀ ਹੈ ਉਹਨੂੰ ਅਸੀਂ ਵਰਤਣਾ ਹੈ। ਜਿਹੜੀ ਚੀਜ਼ ਨੂੰ ਟੂਲ ਸਟੇਟ ਨੇ ਬਣਾਇਆ ਉਹਨੂੰ ਅਸੀਂ ਬਣਾਉਣਾ ਹੈ। ਸੋ ਇਹਦੇ 'ਚ ਸੱਚ ਝੂਠ ਦੀ ਪਰਿਭਾਸ਼ਾ ਨਹੀਂ ਕੋਈ ਵੀ ਹੈਗੀ। ਸਟੇਟ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੰਦੀ ਕਿਉਂਕਿ ਉਹਨਾਂ ਕੋਲ ਪਾਵਰ ਹੈਗੀ ਹੈ। ਸੋ ਸਾਡੀ ਲੜਾਈ ਕਿਸੇ ਲੋਕਲ ਜਥੇਬੰਦੀ ਦੇ ਨਾਲ ਨਹੀਂ, ਇਹ ਵੀ ਮੈਂ ਗੱਲ ਕਲੀਅਰ ਕਰਦੇ ਹਾਂ ਅੱਜ ਤੋਂ। ਸਾਡੀ ਲੜਾਈ ਭਾਵੇਂ ਸਾਡੇ ਖਿਲਾਫ ਕਈਆਂ ਨੇ ਕੁਛ ਕੀਤਾ, ਕਈ ਕਰ ਰਹੇ ਨੇ, ਸਾਡੀ ਲੜਾਈ ਉਹਨਾਂ ਨਾਲ ਨਹੀਂ ਹੈਗੀ। ਸਾਡੀ ਲੜਾਈ ਹੈਗੀ ਆ ਸਟੇਟ ਦੇ ਨਾਲ। ਤੇ ਸਟੇਟ ਦੇ ਨਾਲ ਵੀ ਲੜਾਈ ਸਾਡੀ ਨੈਰੇਟਿਵ ਦੀ ਇਹ ਹੈ ਵੀ ਅਸੀਂ ਜਿਹੜਾ ਵਾ ਅਸੀਂ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਸਟੇਟ ਜੇ ਇਹ ਕਹਦੇ ਵੀ ਨਹੀਂ ਤੁਹਾਨੂੰ ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ, ਤੇ ਸਾਡੇ ਕੋਲ ਤਾਂ ਹਜ਼ਾਰਾਂ ਸਬੂਤ ਹੈ, ਪ੍ਰਤੱਖ ਹੈ ਦੁਨੀਆ ਨੂੰ ਵੀ ਸਾਡੀ ਕੌਮ ਗੁਲਾਮ ਹੈ। UN ਨੇ ਜਿੰਨੇ ਕੁ ਬਣਾਏ ਨੇ ਆਪਣੇ ਕਲੌਜ਼ ਜਿਹੜੇ ਆ ਗੁਲਾਮੀ ਦੇ, ਉਹ ਸਾਰੇ ਹੀ ਸਾਡੇ ਤੇ ਲਾਗੂ ਹੁੰਦੇ ਆ। ਵੀ ਜੈਨੋਸਾਈਡ ਜਿਹੜਾ ਉਹ ਸਮਝਦੇ ਨੇ ਜਿਹਨੂੰ ਜੈਨੋਸਾਈਡ ਰੈਕੋਗਨਾਈਜ਼ ਕਰਨਾ, ਉਹ ਸਾਰੇ ਤਕਰੀਬਨ ਸਾਡੇ ਉੱਤੇ ਲਾਗੂ ਹੁੰਦੇ ਆ। ਸੋ ਮੇਰੀਆਂ ਇਹ ਜਿਹੜੀਆਂ ਬੇਨਤੀਆਂ ਸੀ ਇਹਨਾਂ ਨੂੰ ਤੁਸੀਂ ਆਪਾਂ ਕੰਸੀਡਰ ਕਰਨਾ। ਸਲਾਹ ਮਸ਼ਵਰੇ ਅਸੀਂ ਸੰਗਤ ਦੇ ਜ਼ਰੂਰ ਲੈਣੇ। ਜਿਹੜੇ ਕੋਈ ਐਕਸਪਰਟ ਆ ਕਿਸੇ ਵੀ ਫੀਲਡ ਦੇ ਵਿੱਚ ਉਹ ਸਾਡੇ ਨਾਲ ਜ਼ਰੂਰ ਜੁੜਨ ਬੰਦੇ, ਸੰਗਤ ਵੀ ਜੁੜੇ। ਜਿਹੜੇ ਐਕਸਪਰਟ ਆ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਰਿਟਾਇਰਡ ਡਾਕਟਰ ਨੇ, ਸਾਨੂੰ ਉਹਨਾਂ ਦੀ ਜਿਹੜੀ ਆ ਉਹ ਸਲਾਹ ਦੀ ਵੀ ਲੋੜ ਹੈ, ਉਹਨਾਂ ਦੇ ਸਾਥ ਦੀ ਵੀ ਲੋੜ ਹੈ ਮੌਕੇ ਦੇ ਉੱਤੇ। ਜਿਹੜਾ ਡਾਇਸਪੋਰਾ ਸਿੱਖਾਂ ਦਾ ਮਸਲਾ ਹੈ ਵੀ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਆ, ਉਹ ਇੱਕ ਬਹੁਤ ਵੱਡਾ ਸਮੂਹ ਆ ਸਾਡੇ ਸਿੱਖਾਂ ਦਾ। ਉਹ ਲਗਭਗ ਜਿੰਨੀ ਸਾਡੇ ਪੰਜਾਬ 'ਚ ਪਾਵਰ ਹੈ ਉਨੀ ਕੁ ਲਗਭਗ ਪਾਵਰ ਸਾਡੇ ਕੋਲ ਬਾਹਰ ਹੈ, ਸੌਫਟ ਪਾਵਰ ਹੈ। ਉਹਨੂੰ ਵੀ ਇੱਕ ਥਾਂ 'ਤੇ ਇਕੱਠਿਆਂ ਕਰਨਾ, ਉਹਨੂੰ ਕੌਮ ਦੇ ਹਿੱਤਾਂ ਲਈ ਵਰਤਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜਾ ਨਾ ਇਹ ਸਾਰੀਆਂ ਗੱਲਾਂ ਤੇ ਇੱਕ ਲਾਈਵ 'ਚ ਡਿਸਕਸ਼ਨ ਨਹੀਂ ਹੋ ਸਕਦੀ। ਬਹੁਤ ਚੀਜ਼ਾਂ ਆਪਣੀਆਂ ਡਿਸਕਸ ਕਰਨ ਵਾਲੀਆਂ ਨੇ। ਆਪਾਂ ਇਹ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਹਰ ਵਿਸ਼ੇ ਨੂੰ ਵੱਖਰਾ ਛੋਹਿਆ ਜਾਵੇ, ਹਰ ਵਿਸ਼ੇ ਨੂੰ ਜਿਹੜਾ ਵਾ ਉਹ ਵੱਖਰੇ ਤਰੀਕੇ ਨਾਲ ਡੀਲ ਕੀਤਾ ਜਾਵੇ। ਬਾਕੀ ਮੈਂ ਇੱਕ ਗੱਲ ਜਿਹੜੀ ਸੰਗਤ ਅੱਗੇ ਰੱਖਣੀ ਹੈ ਵੀ ਅੱਜ ਤੱਕ ਦਾ ਜਿਹੜਾ ਮੇਰਾ ਜੀਵਨ ਸੀ ਉਹ ਮੈਨੂੰ ਐਂ ਲੱਗਦਾ ਵੀ ਮੈਨੂੰ ਖੁਦ ਹੀ ਅਹਿਸਾਸ ਹੋਇਆ ਵੀ ਜ਼ਿੰਮੇਵਾਰੀ ਪੰਥ ਨੇ ਬਹੁਤ ਵੱਡੀ ਦੇ ਦਿੱਤੀ ਹੈ ਮੋਢਿਆਂ ਦੇ ਉੱਤੇ। ਤੇ ਪਹਿਲੇ ਜੀਵਨ 'ਚ ਮੇਰੇ ਕੋਲ 100 ਗਲਤੀਆਂ ਹੋਈਆਂ ਹੋਣਗੀਆਂ, 100 ਬੰਦਿਆਂ ਨਾਲ ਬੋਲ ਕਬੋਲ ਕੀਤਾ ਹੋਊਗਾ, ਹੈ ਨਾ। ਸੋ ਮੈਂ ਉਹਨਾਂ ਵੀ ਬੰਦਿਆਂ ਨੂੰ ਚਾਹੁੰਦਾ ਵੀ ਤੁਸੀਂ ਦਿਲ 'ਚ ਕੋਈ ਇਸ ਗੱਲ ਦਾ ਗਿਲਾ ਨਾ ਰੱਖਣਾ, ਕਿਉਂਕਿ ਜਿਹੜਾ ਦੇਖੋ ਹਰ ਮਨੁੱਖ ਇਨਸਾਨ ਹੈ, ਵਕਾਰ ਹਰ ਮਨੁੱਖ ਦੇ ਉੱਤੇ ਹੁੰਦੇ ਨੇ। ਸੋ ਆਪਾਂ ਇਹ ਅਰਦਾਸ ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਅਰਦਾਸ ਬੇਨਤੀ ਕਰੋ। ਸੰਗਤ ਦੀਆਂ ਅਰਦਾਸਾਂ ਦੇ ਨਾਲ ਹੀ ਬਾਈ ਦੀਪ ਸਿੱਧੂ ਜਿਹੜਾ ਸੀ ਉਹ ਕੌਮ ਦੇ ਲੇਖੇ ਲੱਗਾ, ਹੈ ਨਾ। ਤੇ ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।
ਸੋ ਜੇ ਮਤਲਬ ਕਿਸੇ ਨੂੰ ਮੈਂ ਕਿਸੇ ਮੌਕੇ ਦੇ ਉੱਤੇ ਕਿਸੇ ਦਾ ਦਿਲ ਦਿਖਾਇਆ ਹੋਵੇ, ਉਹਦੇ ਲਈ ਬਹੁਤ ਦਿਲੋਂ ਮਾਫੀ ਹੈ। ਮਤਲਬ ਇਹ ਕੋਈ ਦਿਖਾਵਾ ਨਹੀਂ ਹੈਗਾ ਇਸ ਚੀਜ਼ ਦਾ ਵੀ ਹਾਂ ਭਈ ਮਤਲਬ ਇਹ ਸ਼ਾਇਦ ਉਹਨੇ ਪੋਜੀਸ਼ਨ ਤੇ ਆ ਤੇ ਇਹ ਤਾਂ ਦਿਖਾਵਾ ਕਰ ਰਿਹਾ, ਇਹਦੇ ਲਈ ਦਿਲੋਂ ਹੀ ਮਾਫੀ ਹੈ। ਜੇ ਹਾਂ ਜਿਨ੍ਹਾਂ ਨਾਲ ਸਿਧਾਂਤਕ ਵਿਰੋਧ ਰਹਿਣਗੇ, ਮੈਂ ਇਹੋ ਜਿਹਾ ਬੰਦਾ ਵੀ ਨਹੀਂ ਹੈਗਾ ਵੀ ਅੱਜ ਮੈਂ ਕਹਾਂ ਵੀ ਮੇਰਾ ਕਿਸੇ ਨਾਲ ਸਿਧਾਂਤਕ ਵਿਰੋਧ ਨਹੀਂ ਹੈਗਾ, ਜਿਨ੍ਹਾਂ ਨਾਲ ਹੈਗਾ ਉਹ ਰਹੇਗਾ, ਪਰ ਉਹਨਾਂ ਨਾਲ ਡੀਲ ਕਰਨ ਦਾ ਤਰੀਕਾ ਅਸੀਂ ਜ਼ਰੂਰ ਬਦਲਾਂਗੇ। ਅਸੀਂ ਡਿਸਕਸ਼ਨ ਨੂੰ, ਡਾਇਲੋਗ ਨੂੰ ਪਹਿਲ ਦੇਵਾਂਗੇ ਤੇ ਉਹ ਤੋਂ ਬਾਅਦ ਜੇ ਕੋਈ ਨਾ ਗੱਲ ਬਣੂਗੀ ਤੇ ਫਿਰ ਡਿਸਟੈਂਸ ਕਰ ਲਾਂਗੇ, ਆਪਣੇ ਆਪ ਨੂੰ ਦੂਰੀ ਬਣਾ ਲਾਂਗੇ। ਅਸੀਂ ਟਕਰਾਅ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਟਕਰਾਅ ਸਾਡਾ ਇੱਕ ਧਿਰ ਨਾਲ ਹੈ, ਉਹ ਦਿੱਲੀ ਦੀ ਹਕੂਮਤ ਦੇ ਨਾਲ ਹੈ। ਉਹਦੇ ਤੋਂ ਅਲੱਗਾ ਸਾਡਾ ਜਿਹੜਾ ਪੰਜਾਬ ਦੀਆਂ ਧਿਰਾਂ ਜਿੰਨੀਆਂ ਨੇ ਉਹ ਕੋਸ਼ਿਸ਼ ਕਰਨ ਵੀ ਦੇਖੋ ਜਥੇਬੰਦਕ ਢਾਂਚੇ ਅਸੀਂ ਕਿਸੇ ਦੀ ਸਪੇਸ ਵੀ ਨਹੀਂ ਮੰਨਣਾ ਚਾਹੁੰਦੇ। ਇਹ ਵੀ ਗੱਲ ਕਲੀਅਰ ਹੋ ਜੇ ਵੀ ਸਾਡੀ ਜਥੇਬੰਦੀ ਕਿਸੇ ਦੀ ਸਪੇਸ ਨਹੀਂ ਮੰਨਣਾ ਚਾਹੁੰਦੀ। ਅਸੀਂ ਕੋਆਲੀਸ਼ਨ ਬਿਲਡ ਕਰਨ ਦੇ ਵਿੱਚ ਯਕੀਨ ਕਰਦੇ ਹਾਂ। ਜੇ ਤੁਸੀਂ ਕਿਸੇ ਥਾਂ ਤੇ ਵਧੀਆ ਕੰਮ ਕਰ ਰਹੇ ਜੋ ਤੇ ਅਸੀਂ ਇਹ ਕੋਸ਼ਿਸ਼ ਨਹੀਂ ਕਰਾਂਗੇ ਵੀ ਤੁਹਾਡੀ ਥਾਂ ਤੇ ਅਸੀਂ ਆਪ ਐਸਟੈਬਲਿਸ਼ ਹੋ ਜਾਈਏ। ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਅਸੀਂ ਤੁਹਾਡੇ ਨਾਲ ਮਿਲ ਕੇ ਚੱਲੀਏ, ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਅਸੀਂ ਪ੍ਰੋਵਾਈਡ ਕਰੀਏ। ਬੰਦਿਆਂ ਦੀ ਲੋੜ ਹੈ, ਕਿਸੇ ਹੋਰ ਚੀਜ਼ ਦੀ ਲੋੜ ਹੈ, ਜਿੱਥੇ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਸਾਡੀ ਸਹਾਇਤਾ ਕਰੋ। ਇੱਦਾਂ ਹੀ ਸਾਨੂੰ ਸਟੂਡੈਂਟ ਆਰਗੇਨਾਈਜੇਸ਼ਨ ਬਿਲਡ ਕਰਨੀਆਂ ਪੈਣੀਆਂ, ਇੱਦਾਂ ਹੀ ਸਾਨੂੰ ਪੋਲੀਟੀਕਲ ਸਟਰਕਚਰ ਬਿਲਡ ਕਰਨੇ ਪੈਣੇ ਆ। ਸਭ ਤੋਂ ਵੱਡੇ ਮੁੱਦੇ ਪੰਜਾਬ ਦੇ ਬੇਅਦਬੀ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਮੁੱਦਾ, ਉਹਦੇ ਲਈ ਜਸਟਿਸ ਅਸੀਂ ਆਪ ਤੈਅ ਕਰਨਾ ਵੀ ਸਾਡਾ ਜਸਟਿਸ ਕੀ ਹੈ। ਲਾਅ ਦੇ ਉੱਤੇ ਅਸੀਂ ਕੋਈ ਟੇਕ ਨਹੀਂ ਰੱਖਣੀ। ਜਿਹੜਾ ਇੰਡੀਅਨ ਲਾਅ ਹੈ ਉਹ ਡਿਜ਼ਾਈਨਡ ਇਸ ਤਰੀਕੇ ਨਾਲ ਹੋਇਆ ਵੀ ਉਹ ਤੁਹਾਨੂੰ ਖੱਜਲ ਕਰਦਾ, ਉਹ ਤੁਹਾਨੂੰ 30-35 ਸਾਲ ਖੱਜਲ ਕਰਕੇ ਬੜਾ ਸਿੰਬੋਲਿਕ ਜਿਹਾ ਜਸਟਿਸ ਦਿੰਦਾ ਤੇ ਫਿਰ ਉਹ ਨਾਲ ਦੀ ਨਾਲ ਉਹਨਾਂ ਜ਼ੁਲਮ ਕਰ ਵੀ ਰਿਹਾ ਹੁੰਦਾ ਪੈਰਲਰੀ, ਹੈ ਨਾ। ਉਹ ਅਸੀਂ ਆਪ ਜਸਟਿਸ ਸਿਸਟਮ ਖੜੇ ਕਰਨੇ ਆ ਸਾਰੇ। ਅਸੀਂ ਆਪ ਤੈਅ ਕਰਨਾ ਵੀ ਦੇਖੋ ਵੀ ਅਸੀਂ ਜਿਹੜਾ ਵਾ ਬੇਅਦਬੀ ਦੇ ਮਸਲੇ ਆ ਉਹਨਾਂ ਨੂੰ ਕਿਵੇਂ ਡੀਲ ਕਰਨਾ, ਅਸੀਂ ਜਿਹੜਾ ਨਸ਼ੇ ਜਿਹੜੇ ਵਿਕਦੇ ਆ ਪੰਜਾਬ 'ਚ ਉਹਨਾਂ ਨੂੰ ਕਿਵੇਂ ਬੰਦ ਕਰਨਾ, ਅਸੀਂ ਪੰਜਾਬ ਦਾ ਐਜੂਕੇਸ਼ਨ ਜਿਹੜਾ ਸਿਸਟਮ ਆ ਉਹਨੂੰ ਕਿਵੇਂ ਸੁਧਾਰਨਾ। ਇਹ ਸਾਰਾ ਕੁਝ ਅਸੀਂ ਆਪਣੇ ਹੱਥਾਂ 'ਚ ਲੈ ਕੇ ਕੰਮ ਕਰਨਾ। ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੀਆਂ ਪੋਲੀਟੀਕਲ ਧਿਰਾਂ ਨੇ, ਜਿੰਨੀਆਂ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਹੈ ਨਾ, ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਨੂੰ ਉਹ ਡੁਬਾ ਰਹੇ ਨੇ ਨਾ, ਉਹਨਾਂ ਛੱਡਣਾ ਕਿਸੇ ਨੂੰ ਨਹੀਂ ਹੈਗਾ। ਅਖੀਰ ਦੇ ਉੱਤੇ ਵਾਰੀ ਸਾਰਿਆਂ ਦੀ ਆਉਣੀ ਹੈ। ਸੋ ਆਪਾਂ ਇਹ ਨਾ ਸੋਚੀਏ ਵੀ ਅੱਜ ਸਾਡੀ ਸਟੇਟ ਨਾਲ ਚੰਗੀ ਬਣ ਰਹੀ ਹੈ ਤੇ ਕੱਲ੍ਹ ਨੂੰ ਵੀ ਸ਼ਾਇਦ ਸਾਡੇ ਨਾਲ ਭਲਾਈ ਕਰਨਗੇ। ਉਹਨਾਂ ਨੇ ਉਹ ਸਾਡੀ ਕੌਮ ਨੂੰ ਕੱਲਿਆਂ ਕਰਕੇ ਖਤਮ ਕਰਨਾ ਹੈ। ਸੋ ਇਹਦੇ ਨਾਲੋਂ ਬਿਹਤਰੀ ਆ ਵੀ ਜਿਹੜੀ ਲੜਾਈ ਲੜਨੀ ਆ ਸਟੇਟ ਦੇ ਖਿਲਾਫ, ਉਹ ਅਸੀਂ ਮਿਲ ਜੁਲ ਕੇ ਲੜੀਏ। ਉਹਦੇ ਵਿੱਚ ਮਿਸਲਾਂ ਦੇ ਵਾਂਗੂ ਸਾਨੂੰ ਜਿਹੜਾ ਸਿੱਖਣਾ ਪੈਣਾ ਬਿਹੇਵ ਕਰਨਾ। ਉਹਦੇ ਵਿੱਚ ਇਹ ਆ ਵੀ ਮਿਸਲਾਂ ਕੀ ਕਰਦੀਆਂ ਸੀ ਵੀ ਆਪਸੀ ਮਤਭੇਦ ਦਿੰਦੇ ਸੀ ਵੀ ਬੰਦੇ ਵੀ ਵੱਟ ਟੁੱਕ ਦਿੰਦੇ ਇੱਕ ਦੂਜੇ ਦੇ, ਕਈ ਕਤਲ ਹੋ ਜਾਂਦੇ ਸੀ ਸੈਂਕੜੇ। ਪਰ ਜਦੋਂ ਕੋਈ ਬਾਹਰੋਂ ਹਮਲਾਵਰ ਆਉਂਦਾ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਹੁਣ ਜੇ ਆ ਗਿਆ ਤੇ ਇਹ ਬਾਹਰ ਦਾ ਬੰਦਾ ਸਾਡੇ ਤੇ ਕਾਬਜ ਹੋਊਗਾ। ਸੋ ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇੱਕ ਤੇ ਪ੍ਰੈਸ਼ਰ ਗਰੁੱਪ ਵੀ ਬਣੀਏ, ਹਰ ਧਿਰ ਦੇ ਉੱਤੇ ਕੁੰਡਾ ਰੱਖਣ ਵਾਲੇ ਲੋਕ ਵੀ ਪੈਦਾ ਹੋਣ, ਜਿਹੜੇ ਧਾਰਮਿਕ ਬਿਰਤੀ ਵਾਲੇ ਲੋਕ ਹੋਣ, ਹੈ ਨਾ। ਸੋ ਧਰਮ ਜਿਹੜਾ ਕਨਵਰਜਨ ਦਾ ਮੁੱਦਾ ਹੈ ਪੰਜਾਬ ਦੇ ਵਿੱਚ, ਉਹ ਬਹੁਤ ਵੱਡਾ ਤੇ ਗੰਭੀਰ ਮੁੱਦਾ ਮੈਂ ਉਹਨੂੰ ਦੇਖਦਾ ਵੀ ਆਪਾਂ ਬਹੁਤ ਵਾਰੀ ਜਿਹੜਾ ਨਾ ਸਟੇਟ ਦੇ ਇਹਨਾਂ ਐਸਪੈਕਟ ਨੂੰ ਛੱਡ ਦਿੰਦੇ ਹਾਂ। ਆਪਾਂ ਨੂੰ ਲੱਗਦਾ ਵੀ ਜਿਹੜੇ ਕ੍ਰਿਸਚੈਨਿਟੀ ਦੇ ਕਨਵਰਜਨ ਉਹ ਬੜੇ ਐਵੇਂ ਹੋਈ ਜਾ ਰਹੇ ਵੀ ਸਿੱਖ ਗਰੀਬ ਆ, ਸਿੱਖ ਨੂੰ ਨਹੀਂ, ਇੱਦਾਂ ਨਹੀਂ ਹੈਗਾ। ਉਹਨਾਂ ਨੇ ਬੜਾ ਸਿਸਟਮੈਟਿਕਲੀ ਆਪਰੇਟ ਕਰ ਰਹੇ ਨੇ, ਉਹ ਡੇਰੇ ਦੇ ਰੂਪ 'ਚ ਆਪਰੇਟ ਕਰ ਰਹੇ ਨੇ। ਉਹ ਸਿੱਖੀ ਨੂੰ ਪਹਿਲਾਂ ਬੰਦੇ ਨੂੰ ਤੋੜਦੇ ਨਹੀਂਗੇ, ਪਹਿਲਾਂ ਉਹ ਹੋਰ ਗੱਲਾਂ ਚਲਾਉਂਦੇ ਨੇ ਬੰਦਿਆਂ ਨੂੰ, ਫਿਰ ਉਹ ਮਤਲਬ ਪੈਰਲਲ ਲਿਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਪੈਗੰਬਰ ਨੂੰ ਖੜਾ ਕਰਦੇ ਨੇ, ਹੈ ਨਾ। ਸੋ ਕਿਤੇ ਨਾ ਕਿਤੇ ਉਹ ਬੜਾ ਸਲੋ ਪ੍ਰੋਸੈਸ ਹੈ। ਸਿੱਖ ਉਹਨੂੰ ਰੈਕੋਗਨਾਈਜ਼ ਨਹੀਂ ਕਰ ਪਾਉਂਦੇ ਵੀ ਅਸੀਂ ਸਿੱਖੀ ਛੱਡ ਰਹੇ ਹਾਂ, ਸਿੱਖੀ ਤੋਂ ਦੂਰ ਜਾ ਰਹੇ ਹਾਂ। ਸੋ ਮੇਰੀ ਇਹ ਜਿਹੜੀ ਬੇਨਤੀ ਹੈ ਸਾਰਿਆਂ ਨੂੰ, ਜਿੰਨੀਆਂ ਕਿ ਮੈਂ ਕੀਤੀਆਂ ਨੇ, ਇਸ ਗੱਲ ਤੇ ਗੌਰ ਕਰਿਓ। ਜੇ ਕੋਈ ਮਤਲਬ ਪੁਰਾਣਾ ਹੀ ਕਿਸੇ ਗੱਲ ਦੇ ਉੱਤੇ ਕਿਸੇ ਦਾ ਕੋਈ ਗੁੱਸਾ ਗਿਲਾ ਹੋਵੇ, ਉਹਦੇ ਲਈ ਫਿਰ ਦੁਬਾਰਾ ਮਾਫੀ ਹੈ। ਤੇ ਮੈਂ ਇਹੋ ਹੀ ਉਮੀਦ ਕਰਦਾ ਵੀ ਆਪਾਂ ਰਲ ਮਿਲ ਕੇ ਚੱਲੀਏ। ਜਿਨ੍ਹਾਂ ਨੂੰ ਕੋਈ ਇਤਰਾਜ਼ ਹੈ ਉਹਨਾਂ ਨੂੰ ਵੀ ਸਮਾਂ ਵੇਖਣਾ ਚਾਹੀਦਾ, ਸਮਾਂ ਜਵਾਬ ਦੇ ਹੀ ਦਿੰਦਾ ਹੁੰਦਾ। ਇਤਰਾਜ਼ ਆਪਾਂ ਦੀਪ ਸਿੱਧੂ ਬਾਈ ਤੇ ਕਿੰਨੇ ਕੀਤੇ ਸੀ, ਪਰ ਸਮੇਂ ਨੇ ਸਾਰੇ ਜਵਾਬ ਦੇ ਦਿੱਤੇ, ਹੈ ਨਾ। ਤੇ ਹੁਣ ਅੱਜ ਜਿਹੜੇ ਜਵਾਬ ਆ ਉਹ ਮਤਲਬ ਮੈਨੂੰ ਲੱਗਦਾ ਵੀ ਮੈਂ ਤੁਹਾਨੂੰ ਕਹਾਂ ਵੀ ਮੈਂ ਬੜਾ ਚੰਗਾ ਤੇ ਇਹ ਗੱਲ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ। ਮੈਂ ਕਹਾਂ ਵੀ ਮੈਂ ਪੰਥ ਲਈ ਇੱਦਾਂ ਕਰੂੰਗਾ, ਇਹ ਗੱਲ ਮੈਂ ਤਾਂ ਦੇਖੋ ਕੋਸ਼ਿਸ਼ ਕਰ ਸਕਦਾ, ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਸਕਦਾ ਵੀ ਮੈਨੂੰ ਦ੍ਰਿੜਤਾ ਮਿਲੇ, ਮੈਨੂੰ ਬਲ ਬਖਸ਼ਣ ਗੁਰੂ ਸਾਹਿਬ, ਤੇ ਮੈਂ ਪੰਥ ਦੇ ਲਈ ਆਪਣਾ ਜੀਵਨ ਜਿਹੜਾ ਪੰਥ ਲੇਖੇ ਲਾ ਸਕਾਂ। ਚੱਲਦਿਆਂ ਤੁਹਾਨੂੰ ਵੀ ਪਤਾ ਲੱਗ ਜਾਣਾ ਵੀ ਉਹ ਕਿੱਦਾਂ ਚੱਲਣਾ ਹੈ, ਕਿੱਦਾਂ ਨਹੀਂ ਚੱਲਣਾ। ਸੋ ਜਦੋਂ ਬੰਦਾ ਕੋਈ ਗਲਤੀ ਕਰੇ ਉਦੋਂ ਉਹਨੂੰ ਆਪਾਂ ਕਹਿਣ ਦੇ ਹੱਕਦਾਰ ਬਣ ਸਕਦੇ ਹਾਂ, ਪਰ ਪਹਿਲਾਂ ਆਪਾਂ ਜਿਹੜੇ ਨਾ ਕਿਸੇ ਦੀ ਪ੍ਰਤੀ ਪ੍ਰੀ ਪਰਸੈਪਸ਼ਨ ਆਪਾਂ ਨੂੰ ਦੀਪ ਸਿੱਧੂ ਬਾਈ ਦੇ ਬਾਰੇ ਇਹ ਵੀ ਸਿੱਖਣਾ ਚਾਹੀਦਾ ਹੈ ਵੀ ਜਿਵੇਂ ਪਿਛਲੇ 20-25 ਸਾਲ ਦੀ ਜਿਹੜੀ ਬੇਇਤਫਾਕੀ ਸੀ ਪੰਥ ਦੇ ਵਿੱਚ, ਜਿਹੜੀ ਬੇਵਿਸ਼ਵਾਸੀ ਸੀ, ਉਹਨੇ ਝੱਲੀ ਹੈ ਪਿੰਡੇ ਦੇ ਉੱਤੇ ਸਾਰੀ ਆਪਣੇ। ਸੋ ਆਪਾਂ ਜਿਹੜੇ ਆ ਨਾ ਉਹ ਚੀਜ਼ ਨੂੰ ਵੀ ਵੇਖੀਏ, ਮਹਿਸੂਸ ਕਰੀਏ ਵੀ ਜਿਹੜੇ ਬੰਦੇ ਕੰਮ ਕਰਦੇ ਆ ਅੱਗੇ ਹੋ ਕੇ, ਉਹਨਾਂ ਬੰਦਿਆਂ ਨੂੰ ਜਿੰਨਾ ਚਿਰ ਆਪਾਂ ਨੂੰ ਕੋਈ ਠੋਸ ਸਬੂਤ ਨਹੀਂ ਮਿਲਦੇ ਵੀ ਉਹ ਬੰਦੇ ਗਲਤ ਨੇ, ਉਹਨਾਂ ਬੰਦਿਆਂ ਨੂੰ ਭੰਡਣ ਦਾ ਜਿਹੜਾ ਵਾ ਉਹ ਆਪਾਂ ਕੰਮ ਛੱਡੀਏ। ਹੋ ਸਕਦਾ ਅਸੀਂ ਵੀ ਕੀਤਾ ਹੋਵੇ ਇਹ ਕੰਮ, ਮੈਂ ਆਪਣੇ ਆਪ ਨੂੰ ਵੀ ਇਸ ਗੱਲ 'ਚ ਗਿਲਟੀ ਮੰਨੂੰਗਾ ਵੀ ਕਿਸੇ ਮੌਕੇ 'ਤੇ ਹੋ ਸਕਦਾ ਅਸੀਂ ਵੀ ਇਹ ਕੰਮ ਕੀਤੇ ਹੋਣ, ਹੈ ਨਾ। ਕਿਉਂਕਿ ਇੱਕ ਸਮਝ ਬੂਝ ਦਾ ਲੈਵਲ ਉੱਦਾਂ ਦਾ ਹੁੰਦਾ, ਇੱਕ ਜ਼ਿੰਮੇਵਾਰੀ ਓਡੀ ਕੁ ਹੁੰਦੀ ਹੈ। ਸੋ ਕਿਤੇ ਨਾ ਕਿਤੇ ਇਹਨਾਂ ਤੇ ਸਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹ ਕਿਤੇ ਸਟੇਟ ਦੇ ਇਨਫਲੂਐਂਸ 'ਚ ਭਾਵੇਂ ਕੰਮ ਕਰ ਰਹੇ ਹੋਣ,
ਪਰ ਉਹਨਾਂ ਨੂੰ ਪੰਜਾਬ ਦੇ ਪ੍ਰਤੀ ਦਰਦ ਤੇ ਹੈਗਾ ਹੀ ਆ। ਤਕਰੀਬਨ ਹਰ ਬੰਦਾ ਕਲੇਮ ਕਰਦਾ ਪੰਜਾਬ ਦੇ ਉੱਤੇ ਵੀ ਪੰਜਾਬ ਬਚਾਉਣ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਰਾਖੇ ਅਸੀਂ ਹਾਂ, ਸਾਰਾ ਕੁਝ। ਉਹਨਾਂ ਨੂੰ ਵੀ ਇਹ ਮੇਰੇ ਖਿਆਲ ਰੀਥਿੰਕ ਕਰਨ ਦੀ ਲੋੜ ਹੈ ਵੀ ਪੰਜਾਬ ਬਚਾਉਣਾ ਅਸਲ 'ਚ ਹੈ ਕੀ, ਪੰਜਾਬ ਕੀ ਹੈ, ਇਹਨੂੰ ਖਤਰਾ ਕੀ ਹੈ, ਤੇ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਹੈ। ਮਤਲਬ ਐਵੇਂ ਨਾਰਾ ਲਾਈ ਜਾਣਾ ਵੀ ਅਸੀਂ ਪੰਜਾਬ ਦੇ ਰਾਖੇ ਹਾਂ, ਇਹ ਵੀ ਕੋਈ ਚੰਗੀ ਗੱਲ ਨਹੀਂ, ਕਿਉਂਕਿ ਪੰਜਾਬ ਦੀ ਪ੍ਰੋਬਲਮ ਜੇ ਅੰਡਰਸਟੈਂਡ ਨਹੀਂ ਕਰਦੇ, ਸੋਲਿਊਸ਼ਨ ਤੇ ਫਿਰ ਤੁਸੀਂ ਬਿਲਕੁਲ ਅੰਡਰਸਟੈਂਡ ਨਹੀਂ ਕਰਦੇ। ਜਿਵੇਂ ਕਾਮਰੇਡਾਂ ਦਾ, ਉਹਨਾਂ ਕੋਲ ਬਹੁਤ ਲਿਮਿਟਡ ਮਾਈਂਡ ਸੈਟ ਹੈ, ਕਾਮਰੇਡਾਂ ਦਾ ਬਹੁਤ ਲਿਮਿਟਡ ਵਿਜ਼ਨ ਹੈ ਮਾਰਕਸਿਜ਼ਮ ਦਾ, ਹੈ ਨਾ, ਜਿਹਦੇ 'ਚ ਇੱਕ ਸਿਰਫ ਇਕਨੋਮਿਕਲ ਜਿਹੜੀ ਉਹ ਆਉਂਦੇ ਆ ਵੀ ਮੈਨੀਪੂਲੇਸ਼ਨ ਹੁੰਦੀ ਹੈ, ਇਕਨੋਮਿਕਲ ਜਿਹੜੀ ਕਰਪਸ਼ਨ ਹੁੰਦੀ ਹੈ। ਹੁਣ ਪੰਜਾਬ ਦੀ ਪ੍ਰੋਬਲਮ ਇਕਨੋਮਿਕਲ ਨਹੀਂ ਹੈਗੀ, ਪੰਜਾਬ ਦੀ ਪ੍ਰੋਬਲਮ ਹੈਗੀ ਹੈ ਇਹ ਧਾਰਮਿਕ ਤੌਰ ਤੇ ਵਿਤਕਰਾ ਸਿੱਖਾਂ ਦੇ ਨਾਲ ਹੋ ਰਿਹਾ ਪੰਜਾਬ ਦੇ ਵਿੱਚ, ਉਹਦੀ ਆੜ ਦੇ ਵਿੱਚ ਹੀ ਪੰਜਾਬ ਦਾ ਸਾਰਾ ਨੁਕਸਾਨ ਕੀਤਾ ਜਾ ਰਿਹਾ। ਸੋ ਇੱਥੇ ਜਿਹੜਾ ਕਾਮਰੇਡ ਜਾਂ ਮਾਰਕਸ ਕਿਉਂ ਫੇਲ ਹੁੰਦਾ ਹੈ, ਕਿਉਂਕਿ ਉਹ ਅੰਡਰਸਟੈਂਡ ਨਹੀਂ ਕਰ ਪਾਉਂਦਾ, ਉਹਦਾ ਵਿਜ਼ਨ ਬਹੁਤ ਛੋਟਾ ਹੈ ਚੀਜ਼ਾਂ ਨੂੰ ਲੈ ਕੇ, ਉਹ ਜਾਤੀ ਵਿਤਕਰੇ ਦੇ ਉੱਤੇ ਨਹੀਂ ਕਰਦਾ। ਇਸੇ ਕਰਕੇ ਇਹਨਾਂ ਨੇ ਪਿਛਲੇ ਕਿਸਾਨੀ ਮੋਰਚਾ ਹੋਵੇ ਜਾਂ ਕੋਈ ਵੀ ਮੋਰਚਾ ਹੋਵੇ, ਇਹਨਾਂ ਦਾ ਜ਼ੋਰ ਲੱਗਾ ਹੁੰਦਾ ਵੀ ਇਹਨੂੰ ਇਕਨੋਮਿਕਲ ਮੁੱਦਾ ਹੀ ਰਹਿਣ ਦਿਓ, ਇਹ ਤਾਂ ਰੋਟੀ ਦਾ ਮਸਲਾ ਹੈ। ਸਿੱਖਾਂ ਵਾਸਤੇ ਰੋਟੀ ਬਾਅਦ 'ਚ ਹੈ, ਭਗਤੀ ਪਹਿਲਾਂ, ਧਰਮ ਪਹਿਲਾਂ। ਰੋਟੀ ਸਾਡੇ ਧਰਮ ਦੀ ਪੂਰਤੀ ਦਾ ਜ਼ਰੀਆ ਬਣ ਸਕਦੀ ਹੈ, ਰੋਟੀ ਸਾਡੇ ਲਈ ਪ੍ਰਾਇਮਰੀ ਨਹੀਂ ਬਣ ਸਕਦੀ। ਸੋ ਅਸੀਂ ਇਹ ਗੱਲ ਦੇ ਉੱਤੇ ਦ੍ਰਿੜ ਹਾਂ ਵੀ ਜਿਹੜੇ ਰੋਟੀ ਤੇ ਸਿੱਖਾਂ ਨੇ ਰੋਟੀ ਛੱਡ ਦਿੱਤੀ ਨਾ, ਜਦੋਂ 47 ਦੇ ਵਿੱਚ ਵੰਡ ਹੋਈ ਹੈ, ਜੇ ਰੋਟੀ ਦੀ ਗੱਲ ਹੁੰਦੀ, ਜ਼ਮੀਨਾਂ ਦੀ ਗੱਲ ਹੁੰਦੀ, ਤੇ ਸਿੱਖ ਉੱਥੇ ਰਹਿ ਕੇ ਮੁਸਲਮਾਨ ਬਣ ਜਾਂਦੇ, ਇੱਧਰ ਕਿਉਂ ਆਏ? ਸੋ ਉਹਨਾਂ ਨੇ ਧਰਮ ਨੂੰ ਪਹਿਲ ਦਿੱਤੀ। ਜਦੋਂ ਸਿੱਖ ਜੰਗਲਾਂ 'ਚ ਗਏ ਨੇ, ਉਹਨਾਂ ਨੇ ਧਰਮ ਨੂੰ ਪਹਿਲ ਦਿੱਤੀ, ਨਹੀਂ ਤਾਂ ਰੋਟੀ ਦੇ ਮੁਗਲਾਂ ਨਾਲ ਸਮਝੌਤਾ ਕਰਕੇ ਵੀ ਖਾਧੀ ਜਾ ਸਕਦੀ ਵਧੀਆ। ਸੋ ਅੱਜ ਇਹ ਕਹੀ ਜਾਣਾ ਬਾਰ-ਬਾਰ ਨਹੀਂ ਰੋਟੀ ਦੇ ਮਸਲੇ 'ਚ ਧਰਮ ਨੂੰ ਲੈ ਕੇ ਆਓ, ਸਾਡੀ ਸਾਰੀ ਲੜਾਈ ਧਰਮ ਤੋਂ ਸ਼ੁਰੂ ਹੁੰਦੀ ਹੈ, ਧਰਮ ਤੇ ਖਤਮ ਹੁੰਦੀ ਹੈ। ਸਾਡੀ ਕਿਸੇ ਲੜਾਈ 'ਚ ਵਿੱਚੋਂ ਧਰਮ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਕਾਮਰੇਡਾਂ ਨੂੰ ਵੀ ਇਹ ਗੱਲ ਸਿੱਖ ਲੈਣ ਦੀ ਲੋੜ ਹੈ ਵੀ ਜੋ ਕੁਝ ਪਿਛਲੇ 1.5-2 ਸਾਲ 'ਚ ਵਾਪਰਿਆ, ਉਹਦੇ ਨਤੀਜੇ ਕੀ ਨਿਕਲੇ ਨੇ। ਉਹਦੇ ਵਿੱਚੋਂ ਅਸੀਂ ਇੱਕ ਬੜਾ ਆਪਣਾ ਕੀਮਤੀ ਨੌਜਵਾਨ ਜਿਹੜਾ ਅਸੀਂ ਗਵਾਇਆ ਇਸ ਜਿਹੜੀ ਆਪੋ ਧਾੜ ਦੇ ਵਿੱਚੋਂ, ਤੇ ਉਹ ਇਹਨਾਂ ਨੂੰ ਸਿੱਖਿਆ ਹੋਣੀ ਚਾਹੀਦੀ ਹੈ, ਕਿਉਂਕਿ ਅੱਗੇ ਤੋਂ ਅਸੀਂ ਨੁਕਸਾਨ ਨਹੀਂ ਚੱਲਾਂਗੇ। ਤੇ ਪਹਿਲੀ ਗੱਲ ਤੇ ਕਾਮਰੇਡਾਂ ਨੂੰ ਜਾਂ ਜਿਹੜੇ ਲੈਫਟਿਸਟ ਆ, ਇਹਨਾਂ ਨੂੰ ਬਹੁਤ ਜ਼ਿਆਦਾ ਰੀਥਿੰਕ ਕਰਨ ਦੀ ਲੋੜ ਹੈ। ਇਹਨਾਂ ਕੋਲ ਬਹੁਤ ਛੋਟਾ ਵਿਜ਼ਨ ਹੈ, ਇਹਨਾਂ ਦੇ ਪੱਲੇ ਨਹੀਂ ਹੈਗੀਆਂ ਉਹ ਗੱਲਾਂ ਜਿਹੜੀਆਂ ਸਮਝ ਨਹੀਂ ਸਕਦੇ। ਉਹ ਟਿਚਰਾਂ ਕਰਦੇ ਨੇ ਵੀ ਇਹ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ। ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਲਾਰਜਰ ਪਰਸਪੈਕਟਿਵ ਦੇ ਉੱਤੇ ਜਿਹੜਾ ਨਾ ਉਹ ਸਮਝਣ ਦੀ ਲੋੜ ਹੈ ਚੀਜ਼ਾਂ ਨੂੰ। ਬਾਕੀ ਜਿਹੜੇ ਹੋਰ ਕਈ ਕਿਸੇ ਨੂੰ ਕੋਈ ਇਤਰਾਜ਼ ਹੋਣ ਤੇ ਉਹਨਾਂ ਦੇ ਵੀ ਸਮੇਂ ਦੇ ਸਹਿਤ ਅਸੀਂ ਜਵਾਬ ਦਿੰਦੇ ਰਹਾਂਗੇ। ਜਥੇਬੰਦੀ ਜਿਹੜੀ ਆ ਉਹਦੇ ਬੜੇ ਸਹਿਰਦਵੀਰ ਜਿਹੜੇ ਆ ਉਹ ਕੰਮ ਕਰਨਗੇ। ਮੈਨੂੰ ਇਹ ਨਾ ਕੋਈ ਸੋਚੇ ਵੀ ਮੈਂ ਕੋਈ ਮੁਖੀ ਬਣ ਗਿਆ ਜਥੇਬੰਦੀ ਦਾ ਜਾਂ ਮੈਂ ਕੁੱਤੇ ਲੱਗ ਗਿਆ। ਮੇਰੇ ਜਿਹੜੇ ਜਥੇਬੰਦੀ ਦੇ ਵੀਰ ਭਰਾ ਨੇ ਉਹ ਅਜੇ ਵੀ ਮੇਰੇ ਤੇ ਹੁਕਮਰਾਨ ਨੇ। ਉਹ ਜਦੋਂ ਮੈਨੂੰ ਹੁਕਮ ਕਰਨਗੇ, ਜਿਵੇਂ ਦਾ ਕਰਨਗੇ, ਆਪਾਂ ਉਹਨਾਂ ਦੀ ਮੰਨਣ ਨੂੰ ਤਿਆਰ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਸੇਵਾ ਕਰਦਿਆਂ ਦੇਖਿਆ। ਸਾਨੂੰ ਇਹ ਪਤਾ ਹੈ ਵੀ ਕਿਹੜਾ ਬੰਦਾ ਦਿਲ ਤੋਂ ਸੇਵਾ ਕਰਦਾ ਤੇ ਕਿਹਨੇ ਨਿਰਸਵਾਰਥ ਹੋ ਕੇ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਿਆ ਪਿਛਲੇ 1.5-2 ਸਾਲਾਂ ਦੇ ਵਿੱਚ। ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਆਸ਼ੀਰਵਾਦ ਦੀ ਲੋੜ ਹੈ। ਅਸੀਂ ਕਿਸੇ ਨਾਲ ਨਾਰਾਜ਼ ਨਹੀਂ, ਕੋਈ ਸਾਡੇ ਨਾਲ ਵੀ ਨਾਰਾਜ਼ਗੀ ਨਾ ਰੱਖੇ। ਜੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਠੀਕ ਨਹੀਂ ਹੈਗਾ ਤੇ ਉਹ ਸਬਰ ਕਰ ਲੈਣ। ਉਹਨਾਂ ਦੀ ਪੀੜ੍ਹੀ ਨੇ ਇੱਕ ਸੰਘਰਸ਼ ਕੀਤਾ, ਨਵੀਂ ਪੀੜ੍ਹੀ ਨੂੰ ਕਰਕੇ ਵੇਖ ਲੈਣ ਦੇਣ, ਕੋਈ ਨਹੀਂ। ਜੇ ਅਸੀਂ ਵੀ ਕਿਸੇ ਸਮੇਂ ਬਜ਼ੁਰਗ ਹੋਣਾ ਹੈ, ਸਾਨੂੰ ਵੀ ਇਹ ਤਰੀਕਾ ਵਰਤਣਾ ਪੈਣਾ ਹੈ। ਦੇਖੋ ਅਸੀਂ ਸਦੀ ਵੀ ਜਿਹੜਾ ਵਾ ਸੰਘਰਸ਼ਾਂ ਦੇ ਵਿੱਚ ਕਾਬਜ਼ ਨਹੀਂ ਰਹਿ ਸਕਦੇ, ਸਾਨੂੰ ਛੱਡਣਾ ਪੈਣਾ ਚੀਜ਼ਾਂ ਨੂੰ। ਜਿਹੜੀ ਗ੍ਰਿਪ ਹੈ ਉਹਨੂੰ ਢਿੱਲੀ ਕਰਨਾ ਪੈਣਾ, ਕਿਉਂਕਿ ਜਦੋਂ ਤੱਕ ਅਸੀਂ ਗ੍ਰਿਪ ਫੜ ਛੱਡਦੇ ਆ ਨਾ, ਇਹ ਆਦਤ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ। ਸੋ ਮੈਂ ਤਾਂ ਇਹੋ ਉਮੀਦ ਕਰਦਾ ਵੀ ਸਾਰੇ ਬੰਦੇ ਆਸ਼ੀਰਵਾਦ ਦੇਣ, ਸਾਨੂੰ ਸਹਿਯੋਗ ਦੇਣ, ਨਾਲ ਚੱਲਣ। ਸਾਡੇ ਮਾਨ ਸਾਹਿਬ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ, ਬਹੁਤ ਉਹਨਾਂ ਦੇ ਰਿਣੀ ਹੈ, ਉਹਨਾਂ ਦਾ ਸੰਘਰਸ਼ ਬਹੁਤ ਵੱਡਾ ਹੈ ਪੰਥ ਦੇ ਵਿੱਚ। ਉਹਨਾਂ ਵੱਲੋਂ ਜਿਹੜਾ ਦਿੱਤਾ ਥਾਪੜਾ ਹੈ ਉਹਦੀ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਬਣ ਜਾਂਦੀ ਸਾਡੇ ਵਾਸਤੇ। ਸੋ ਇੱਦਾਂ ਹੀ ਸਾਨੂੰ ਇਹ ਉਮੀਦ ਹੈ ਵੀ ਸਾਨੂੰ ਬਾਕੀ ਵੀ ਜਿਹੜੇ ਬੰਦੇ ਆ, ਚਾਹੇ ਪੰਥਕ ਵਿਦਵਾਨ ਆ, ਚਾਹੇ ਉਹ ਕਿਸੇ ਜਥੇਬੰਦੀਆਂ ਦੇ ਬੰਦੇ ਆ, ਚਾਹੇ ਕਿਸੇ ਪੋਲੀਟੀਕਲ ਪਾਰਟੀਆਂ ਦੇ ਬੰਦੇ ਆ, ਬਜ਼ੁਰਗ ਆ, ਉਹਨਾਂ ਨੂੰ ਕੋਸ਼ਿਸ਼ ਕਰਕੇ ਤੇ ਇਹ ਸਮਝਣਾ ਚਾਹੀਦਾ ਵੀ ਲੜਾਈ ਜਿਹੜੀ ਹੈ, ਜੇ ਕਿਸੇ ਦੀਆਂ ਨਹੀਂ ਲੱਤਾਂ ਭਾਰ ਚੱਲਦੀਆਂ, ਠੀਕ ਹੈ, ਅਸੀਂ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ, ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੇ ਨੌਜਵਾਨ ਅੱਗੇ ਹੋ ਕੇ ਲੜ ਰਹੇ ਆ, ਉਹਨਾਂ ਨੂੰ ਇਹ ਡਿਮੋਨਾਈਜ਼ ਨਾ ਕਰੀਏ, ਡੀਮੋਟੀਵੇਟ ਨਾ ਕਰੀਏ ਵੀ ਤੁਸੀਂ ਫਲਾਣਾ ਕਰ ਦੇਣਾ, ਤੁਸੀਂ ਪੁੱਤ ਮਰਾ ਦੇਣੇ, ਤੁਸੀਂ ਨੁਕਸਾਨ ਕਰਾ ਦੇਣਾ। ਦੇਖੋ ਨੁਕਸਾਨ ਜਿਹੜਾ ਹੋਣਾ ਹੋ ਰਿਹਾ ਹੈ, ਨੁਕਸਾਨ ਨੂੰ ਤੁਸੀਂ ਬਚਾ ਨਹੀਂ ਸਕਦੇ, ਕਿਉਂਕਿ ਜਿਹੜਾ ਸਲੋ ਜੈਨੋਸਾਈਡ ਉਹ ਤਾਂ ਬਹੁਤ ਜ਼ਿਆਦਾ ਡੇਂਜਰਸ ਕੰਮ ਹੈ। ਪੰਜਾਬ ਦਾ ਪਾਣੀ 20-25 ਸਾਲਾਂ ਨੂੰ ਮੁੱਕ ਜਾਣਾ ਹੈ, ਪੰਜਾਬ ਰੇਗਿਸਤਾਨ ਬਣ ਜਾਣਾ ਹੈ, ਪਰ ਬਿੱਲ ਵਾਪਸ ਕਰਾ ਕੇ ਆਪਾਂ ਕੀ ਲੈ ਲਿਆ, ਹੈ ਨਾ। ਸੋ ਜਿਹੜੀਆਂ ਚੀਜ਼ਾਂ ਨੇ ਅਸਲ ਮੁੱਦਿਆਂ ਉੱਤੇ ਗੱਲ ਹੋਣੀ ਚਾਹੀਦੀ ਹੈ। ਇਹ ਐਵੇਂ ਬਾਰ-ਬਾਰ ਇਸ ਗੱਲ ਨੂੰ ਰਿੜਕੀ ਜਾਣਾ ਵੀ ਨਹੀਂ ਜੀ ਨੁਕਸਾਨ ਜਿਹੜੀ ਧਿਰ ਕਰਦੀ ਉਹਦੇ ਤੋਂ ਦੋਸ਼ ਦਿਓ। ਜੇ ਸਟੇਟ ਸਾਡਾ ਕੋਈ ਬੰਦੇ ਨੂੰ ਨੁਕਸਾਨ ਕਰਦੀ ਹੈ ਤਾਂ ਸਟੇਟ ਨੂੰ ਦੋਸ਼ੀ ਬਣਾਓ ਨਾ, ਸਾਨੂੰ ਨਾ ਬਣਾਓ। ਅਸੀਂ ਤੇ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਹਾਂ, ਅਸੀਂ ਤੇ ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ, ਆਪਣੇ ਧਰਮ ਨੂੰ ਅਸੀਂ ਤੇ ਆਪਣੀ ਰਾਖੀ ਕਰ ਰਹੇ ਹਾਂ। ਹੁਣ ਜੇ ਰਾਖੀ ਕਰਦੇ ਹਾਂ ਸਾਡਾ ਨੁਕਸਾਨ ਹੁੰਦਾ ਤਾਂ ਸਾਡਾ ਕੀ ਦੋਸ਼ ਹੈ? ਅਸੀਂ ਸੱਦਿਆ ਥੋੜੀ ਕਿਸੇ ਨੂੰ ਵੀ ਸਾਡੇ ਤੇ ਆਣ ਕੇ ਬੋਲੀ ਥੋਪੋ ਕੋਈ ਹਿੰਦੀ। ਅਸੀਂ ਕਿਸੇ ਨੂੰ ਸੱਦਿਆ ਵੀ ਸਾਡੇ ਤੇ ਆਣ ਕੇ ਕੋਈ ਧਰਮ ਆਪਣਾ ਥੋਪੇ? ਨਾ ਅਸੀਂ ਮੁਗਲਾਂ ਨੂੰ ਸੱਦਿਆ ਸੀ, ਨਾ ਹਿੰਦੁਸਤਾਨ ਦੀ ਹਕੂਮਤ ਨੂੰ ਸੱਦਿਆ ਸੀ। ਸੋ ਜੇ ਇਹਨਾਂ ਨੇ ਫੈਸਲਾ ਕੀਤਾ ਹੈ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ, ਤੇ ਗੁਰੂ ਸਾਹਿਬ ਦਾ ਵੀ ਇੱਕ ਹੁਕਮ ਹੈ ਸਿੱਖਾਂ ਨੂੰ ਵੀ ਉਹਨਾਂ ਨੇ ਕਿੱਦਾਂ ਡਿਫੈਂਡ ਕਰਨਾ ਆਪਣੇ ਆਪ ਨੂੰ। ਤੇ ਜੇ ਤੁਸੀਂ ਇਹ ਕਹੋ ਵੀ ਨਹੀਂ ਜੀ ਜਿਹੜਾ ਤੁਸੀਂ ਬੋਲਣਾ ਨਹੀਂ, ਅਗਲਾ ਸਾਡੇ ਮੂੰਹ ਤੇ ਚਪੇੜਾ ਮਾਰੀ ਜਾਵੇ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰੇ, ਤੇ ਮੈਨੂੰ ਇਹ ਲੱਗਦਾ ਵੀ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਨਾ ਸਟੇਟ ਦੇ ਹੀ ਟੂਲ ਬਣ ਰਹੇ ਜੋ। ਇੱਦਾਂ ਨਾ ਕਰੋ, ਨੌਜਵਾਨਾਂ 'ਚ ਡਰਾਵਾ ਨਾ ਭਰੋ।
ਹਾਂ ਨੁਕਸਾਨ ਹੋਣਾ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ, ਪਰ ਗੁਲਾਮ ਕੌਮਾਂ ਦਾ ਨੁਕਸਾਨ ਤੇ ਹੁੰਦਾ ਵਾ। ਉਹਨਾਂ ਕੋਲ ਕੀ ਆਪਸ਼ਨ ਹੁੰਦੀ ਗੁਲਾਮ ਕੌਮਾਂ ਦੇ ਕੋਲ ਨੁਕਸਾਨ ਨਾ ਕਰਾਉਣ ਦੀ? ਸਾਡੇ ਕੋਲ ਫਰਜ਼ ਕਰੋ ਵੀ ਜੇ ਬੇਅਦਬੀ ਵਾਲਾ ਬੰਦਾ ਵਾ, ਜਾਂ ਤੇ ਉਹਨੂੰ ਅਸੀਂ ਬੇਅਦਬੀ ਕਰ ਲੈਣ ਦਈਏ ਹੈ, ਤੇ ਜੇ ਅਸੀਂ ਉਹਦਾ ਸੌਦਾ ਲਾ ਦਈਏ ਫਿਰ ਸਾਡੇ ਉੱਤੇ ਇਹ ਆ ਵੀ ਤੁਸੀਂ ਨੁਕਸਾਨ ਕਰਾਓਗੇ ਕੌਮ ਦਾ। ਸੋ ਸਾਡੇ ਕੋਲ ਆਪਸ਼ਨ ਕੀ ਛੱਡੀ ਗਈ ਹੈ, ਇਹ ਵੀ ਵੇਖੋ। ਨੌਜਵਾਨਾਂ ਨੂੰ ਇਦਾਂ ਇਹ ਕਰ ਦੇਣਾ, ਲਿਮਿਟਾਈਜ਼ ਕਰਨਾ, ਉਹਨਾਂ ਨੂੰ ਇਹ ਪ੍ਰੈਸ਼ਰਾਈਜ਼ ਕਰਨਾ ਹੈ ਨਾ, ਵੀ ਨਹੀਂ ਤੁਹਾਡੇ ਤੇ ਮਤਲਬ ਉਹਨਾਂ 'ਚ ਖੜੋਤ ਲਿਆਉਣ ਵਾਲੀ ਗੱਲ ਹੈ। ਬਾਰ-ਬਾਰ ਉਹਨਾਂ ਨੂੰ ਜਾਬਤਾ, ਸ਼ਾਂਤੀ ਜਾਬਤਾ, ਠੀਕ ਹੈ ਜਾਬਤੇ 'ਚ ਰਹਿਣਾ ਚਾਹੀਦਾ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਤੁਹਾਡਾ ਕੰਟੈਂਟ ਹੀ ਨਾ ਬਣ ਜੇ ਜਾਬਤਾ, ਵੀ ਤੁਹਾਡੀ ਹਰ ਜਿਹੜੀ ਸਟੇਜ ਹੈ ਉਹ ਤੋਂ ਜਾਬਤਾ ਹੀ ਚੱਲੇ ਕੰਮ। ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨਾ ਲੀਡਰ ਦਾ ਫਰਜ਼ ਹੈ। ਸੰਤ ਭਿੰਡਰਾਂਵਾਲੇ ਨੇ ਕੀਤੀ ਸੀ, ਨੁਕਸਾਨ ਤੇ ਹੋਇਆ ਚਲੋ ਜਿਹੜਾ ਹੋਣਾ ਸੀ ਦੁਨਿਆਵੀ ਰੂਪ ਦੇ ਵਿੱਚ, ਪਰ ਜੇ ਉਹ ਨਾ ਕਰਦੇ ਤੇ ਫਿਰ ਕੀ ਹੋਣਾ ਸੀ ਕੌਮ ਦਾ? ਅੱਜ ਜਿਹੜੇ ਤੁਰੇ ਫਿਰਦੇ ਇਹ ਵੀ ਨਹੀਂ ਸੀ ਹੋਣੇ ਇੱਥੇ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰੀਏ। ਮੇਰੀਆਂ ਇੰਨੀਆਂ ਕੀ ਬੇਨਤੀਆਂ ਸੀ। ਜੇ ਕੋਈ ਸੁਝਾਅ ਹੋਣ, ਕੋਈ ਸੁਜੈਸ਼ਨ ਹੋਣ, ਜਥੇਬੰਦੀ ਦੇ ਪੇਜ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੁਸੀਂ। ਤੇ ਬਾਕੀ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ, ਥੋੜ੍ਹੇ ਸਮੇਂ ਦੇ ਵਿੱਚ ਆਪਾਂ ਬਾਕੀ ਇਕਾਈਆਂ, ਬਾਕੀ ਜਿਹੜੇ ਜਥੇਬੰਦੀ ਦੇ ਵਿੱਚ ਸਿਆਣੇ ਆਪਣੇ ਵੀਰ ਨੇ, ਉਹਨਾਂ ਦੀ ਅਹੁਦੇਦਾਰੀ ਸਾਰਾ ਕੁਝ ਨਿਯੁਕਤ ਕਰਾਂਗੇ, ਤੇ ਆਪਾਂ ਜਿਹੜੇ ਬਾਕੀ ਫਰਦਰ ਆਪਣੇ ਪਲਾਨ ਜਾਂ ਪ੍ਰੋਗਰਾਮ ਹੈ ਉਹ ਵੀ ਸਾਰੇ ਐਲਾਨ ਕਰਾਂਗੇ ਛੇਤੀ। ਤੇ ਇੰਨੀਆਂ ਕੀ ਬੇਨਤੀਆਂ ਸੀ। ਜੇ ਕੋਈ ਬੋਲਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੇ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।